ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਤੇ ਮੰਜ਼ਲ ਦੇ ਮੱਥੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ। ਜੀ ਕਰਦਾ ਏ ਦੁਨਿਆਵੀ ਦੌਲਤ ਹੱਥਾਂ ਨਾਲ ਕਮਾਵਾਂ, ਮੁੜ ਮੈਂ ਇਹਦਾ ਆਟਾ ਲਵਾਂ ਭੁੱਖਿਆਂ ਨੂੰ ਵਰਤਾਵਾਂ। ਨਵੀਂ ਨਸਲ ਨੂੰ ਦੱਸਣਾ ਏ ਕਿ ਹਿੰਮਤ ਕੀ ਏ ਹੁੰਦੀ, ਕੀੜੇ ਵਾਂਗੂ ਪੱਥਰ ਦੇ ਵਿੱਚ ਮੈਂ ਕਿਉਂ ਬਹਿ ਕੇ ਖਾਵਾਂ। ਨਾਜ਼ਰੀਨ, ਮੈਂ ਤੁਹਾਡਾ ਮੇਜ਼ਬਾਨ ਕਲੀਮੁੱਲਾ ਤੇ ਅੱਜ ਅਸੀਂ ਦੁਨੀਆ ਵਿੱਚ ਫਸਟ ਏਡ ਡੇ ਮਨਾਇਆ ਜਾ ਰਿਹਾ ਹੈ, ਜਿਹੜਾ ਕਿ ਸੈਪਤੰਬਰ ਦੇ ਸੈਕੰਡ ਸੈਚਰਡੇ ਨੂੰ ਮਨਾਇਆ ਜਾਂਦਾ ਹੈ। ਤੇ ਅੱਜ ਅਸੀਂ ਇਸ ਹਵਾਲੇ ਨਾਲ ਹੀ ਗੱਲ ਕਰਨੇ ਆ। ਦੱਸਦਾ ਜਾਵਾਂ ਕਿ ਫਸਟ ਏਡ ਕਦੋਂ ਸ਼ੁਰੂ ਹੋਇਆ। ਇਹ 1863 ਵਿੱਚ ਹੈਨਰੀ ਡੂਨੈਂਟ ਨੇ ਇਸ ਫਸਟ ਏਡ ਨੂੰ ਸ਼ੁਰੂ ਕੀਤਾ ਔਰ ਪਾਕਿਸਤਾਨ ਵਿੱਚ ਹਿਲਾਲੇ ਅਹਿਮਦ ਦੀ ਜਿਹੜੀ ਬੁਨਿਆਦ ਰੱਖੀ ਉਹ ਕਾਇਦੇ ਆਜ਼ਮ ਨੇ ਰੱਖੀ, ਕਾਇਦੇ ਆਜ਼ਮ ਰਹਿਮਤੁल्लाह ਤਾਲਾ ਅਲੈਹ ਨੇ, ਔਰ ਉਹੀ ਉਹਨਾਂ ਦੇ ਪਹਿਲੇ ਗਵਰਨਰ ਸੀ। ਔਰ ਇਸ ਹਵਾਲੇ ਨਾਲ ਹੀ ਸਾਡੇ ਕੋਲ ਅੱਜ ਹਿਲਾਲੇ ਅਹਿਮਦ ਤੋਂ ਟੀਮ ਆਈ ਹੋਈ ਹੈ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਔਰ ਤੁਹਾਨੂੰ ਅਵੇਅਰ ਕਰਾਂਗੇ ਕਿ ਫਸਟ ਏਡ ਡੇ ਵਾਸਤੇ ਸਾਨੂੰ ਕਿਹੜੀਆਂ ਚੀਜ਼ਾਂ ਦੀ ਅਵੇਅਰਨੈਸ ਰੱਖਣ ਦੀ ਲੋੜ ਹੈ। ਕਿਉਂਕਿ ਜਦੋਂ ਵੀ ਕੋਈ ਇੰਜਰਡ ਹੁੰਦਾ ਹੈ, ਕੋਈ ਜ਼ਖਮੀ ਹੁੰਦਾ ਹੈ, ਤੇ ਉਹਦੇ ਇਰਦ ਗਿਰਦ ਹੈਲਥ ਕੇਅਰ ਸਟਾਫ ਨਹੀਂ ਹੁੰਦਾ, ਆਰਡੀਨਰੀ ਪੀਪਲ ਹੁੰਦੇ ਨੇ ਜਿਹੜੇ ਉਹਦੇ ਲਾਗੇ ਹੁੰਦੇ ਨੇ, ਨੇਟਿਵ ਪੀਪਲ, ਸਰਾਊਂਡਿੰਗ ਪਰਸਨ ਹੀ ਫਸਟ ਏਡ ਦਿੰਦੇ ਆ। ਤੇ ਸਾਨੂੰ ਇਹ ਸਿੱਖਣਾ ਚਾਹੀਦਾ ਹੈ, ਓਵਰਆਲ ਪੂਰੀ ਸੁਸਾਇਟੀ ਨੂੰ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਕਿਹੋ ਕਿਸਮ ਦੀ ਸਾਨੂੰ ਫਸਟ ਏਡ ਟ੍ਰੇਨਿੰਗ ਲੈਣ ਦੀ ਜ਼ਰੂਰਤ ਹੈ। ਤੇ ਅੱਜ ਅਸੀਂ ਗੱਲ ਕਰਦੇ ਹਾਂ, ਸਾਡੇ ਨਾਲ ਮੌਜੂਦ ਨੇ ਹਿਲਾਲੇ ਅਹਿਮਦ ਤੋਂ ਆਏ ਇਮਰਾਨ ਸਾਹਿਬ, ਮੈਨੇਜਰ ਫਸਟ ਏਡ ਟ੍ਰੇਨਿੰਗ ਨੇ, ਔਰ ਮੈਡਮ ਫੌਜ਼ੀਆ ਸਈਦ ਮੌਜੂਦ ਨੇ, ਜਿਹੜੀਆਂ ਕਿ ਬਲੱਡ ਬੈਂਕ ਦੀਆਂ ਇੰਚਾਰਜ ਨੇ, ਔਰ ਇਹਨਾਂ ਕੋਲੋਂ ਅੱਜ ਅਸੀਂ ਗੱਲਬਾਤ ਕਰਦੇ ਹਾਂ। ਜੀ ਸਰ, ਇਮਰਾਨ ਸਾਹਿਬ ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਅਲਹਮਦੁਲਿਲਾ ਸਰ। ਜੀ ਮੈਡਮ, ਕੈਸੇ ਹੋ? ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਮੈਂ ਬਹੁਤ ਮਸ਼ਕੂਰ ਹਾਂ, ਤੁਸੀਂ ਮੌਕਾ ਦਿੱਤਾ ਔਰ ਸਾਨੂੰ ਬੁਲਾਇਆ। ਸਰ, ਤੁਹਾਡੇ ਤੋਂ ਸ਼ੁਰੂ ਕਰ ਰਹੇ ਹਾਂ ਕਿ ਫਸਟ ਏਡ ਇਹਦੀ ਹਿਸਟਰੀ ਕੀ ਹੈ? ਫਸਟ ਏਡ ਦੀ ਤਾਰੀਖ ਤੇ ਬਹੁਤ ਪੁਰਾਣੀ ਹੈ। ਓਨੀ ਪੁਰਾਣੀ ਜਦੋਂ ਇਨਸਾਨ ਨੂੰ ਪਹਿਲਾ ਜ਼ਖਮ ਲੱਗਾ ਤੇ ਉਹਨੇ ਸਿੱਖ ਲਿਆ ਕਿ ਉਹ ਜ਼ਖਮਾਂ ਨੂੰ ਕਿਸ ਤਰ੍ਹਾਂ ਆਪਣੇ ਆਪ ਉਹਨਾਂ ਦੀ ਖਿਆਲ ਕਰੇਗਾ, ਦੇਖਭਾਲ ਕਰੇਗਾ, ਤੇ ਉਦੋਂ ਦੀ ਉਹਦੀ ਤਾਰੀਖ ਸ਼ੁਰੂ ਹੋਏ। ਮਗਰ ਇਹਨੂੰ ਇੱਕ ਖਾਸ ਰੰਗ ਦਿੱਤਾ ਹੈਨਰੀ ਡੂਨਾਂਟ ਸਾਹਿਬ ਨੇ 1859 ਦੀ ਲੜਾਈ ਦੇ ਵਿੱਚ, ਜਦੋਂ ਇੱਟੀ ਦੇ ਕਸਬੇ 'ਚ ਮੌਜੂਦ ਸਨ। ਉਹਨਾਂ ਨੇ ਕਰੀਬੀ ਲੋਕਾਂ ਨੂੰ ਇਕੱਠਾ ਕਰਕੇ 40,000 ਤੋਂ ਜ਼ਿਆਦਾ ਅਫਰਾਦ ਨੂੰ ਮਰਹਮ ਪੱਟੀ ਕੀਤੀ, ਉਹਨਾਂ ਦੇ ਪੈਗਾਮਾਤ ਲਿਖੇ, ਔਰ ਉਹ ਪੈਗਾਮ ਉਹਨਾਂ ਨੇ ਫਿਰ ਲੋਕਾਂ ਨੂੰ, ਜਿਹੜੇ ਉਹਨਾਂ ਦੇ ਖਾਨਦਾਨ ਵਾਲੇ ਸੀ, ਉਹਨਾਂ ਨੂੰ ਪਹੁੰਚਾਏ ਤਾਂ ਕਿ ਉਹਨਾਂ ਨੂੰ ਪਹਿਚਾਨਿਆ ਜਾਏ, ਉਹਨਾਂ ਦੇ ਜਿਹੜੇ ਲਿੰਕ ਸੀ ਉਹਨਾਂ ਦਾ ਫੈਮਿਲੀ ਦਾ ਜਿਹੜਾ ਟੁੱਟ ਗਿਆ ਸੀ ਉਹਨੂੰ ਦੁਬਾਰਾ ਜੋੜਿਆ ਜਾਏ। ਔਰ ਇਹਨਾਂ ਬੁੱਕ ਵੀ ਲਿਖੀ ਸੀ ਉਹਦੇ ਤੇ, ਇਹਨਾਂ ਨੇ ਕਿਤਾਬ ਲਿਖੀ ਉਹਨਾਂ ਮੈਮਰੀਜ਼ ਆਫ ਸਾਲਫੀਨੋ। ਉਹ ਉਸੇ ਜੰਗ ਦੀ ਯਾਦ 'ਚ ਲਿਖੀ। ਉਸ ਜੰਗ ਦੀ ਯਾਦ ਜਿਹੜੀ ਉਹਨਾਂ ਨੇ ਕਿਤਾਬ ਲਿਖੀ, ਉਹਦੇ ਦੋ ਉਹਨਾਂ ਨੇ ਇੱਕ ਬੁਨਿਆਦੀ ਆਈਡੀਆ ਉਹਨਾਂ ਨੇ ਦਿੱਤੇ। ਉਹਨਾਂ ਨੇ ਕਿਹਾ ਕਿ ਇੱਕ ਐਸੀ ਤਨਜ਼ੀਮ ਬਣਾਈ ਜਾਏ ਜਿਹੜੀ ਰਜ਼ਾਕਾਰਾਂ ਤੋਂ ਮੁਸ਼ਤਮਿਲ ਹੋਵੇ, ਉਹ ਜਿੰਨੇ ਜ਼ਖਮੀ ਹੋਣ ਉਹਨਾਂ ਨੂੰ ਬਗੈਰ ਰੰਗ ਨਸਲ ਤੇ ਮਜ਼ਹਬ ਦੀ ਤਮੀਜ਼ ਦੇ ਉਹਨਾਂ ਨੂੰ ਫਸਟ ਏਡ ਫਰਾਹਮ ਕਰ ਸਕੇ। ਔਰ ਦੂਜਾ, ਲੋਕਾਂ ਨੂੰ ਇਹ ਸਿਖਾਇਆ ਜਾਏ ਕਿ ਜਿਹੜੇ ਫਸਟ ਏਡ ਦੇ ਰਹੇ ਨੇ ਉਹਨਾਂ ਦੀ ਹਿਫਾਜ਼ਤ ਦਾ ਜ਼ਿੰਮਾ ਜਿਹੜਾ ਕੋਈ ਇਦਾਰਾ ਲਵੇ ਤਾਂ ਕਿ ਉਹਨਾਂ ਨੂੰ ਕੰਮ ਦੇ ਦੌਰਾਨ ਮਾਰਿਆ ਨਾ ਜਾਏ। ਇਹ ਬੁਨਿਆਦੀ ਦੋ ਗੱਲਾਂ ਸਨ ਜਿਹੜੀਆਂ ਉਹਨਾਂ ਨੇ ਆਪਣੀ ਕਿਤਾਬ 'ਚ ਲਿਖੀਆਂ। ਔਰ ਅੱਜ ਉਹ ਕਿਤਾਬ ਇੱਕ ਦੁਨੀਆ ਦੀ ਸਾਰਿਆਂ ਨਾਲੋਂ ਵੱਡੀ ਜਿਹੜੀ ਇਨਸਾਨੀ ਹਮਦਰਦੀ ਦੀ ਤਨਜ਼ੀਮ ਹੈ, ਉਹਦੀ ਬੁਨਿਆਦ ਬਣੀ, ਔਰ 196 ਮਮਾਲਿਕ ਦੇ ਵਿੱਚ ਇਹ ਇਦਾਰਾ ਕੰਮ ਕਰ ਰਿਹਾ। ਔਰ 13 ਮਿਲੀਅਨ ਤੁਹਾਡੇ ਵਲੰਟੀਅਰ, ਐਕਟਿਵ ਵਲੰਟੀਅਰ। ਹਾਂਜੀ, ਉਹ 13 ਮਿਲੀਅਨ ਜਿਹੜੇ ਰਜ਼ਾਕਾਰ ਨੇ, ਉਹ ਨੇ ਜਿਹੜੇ ਸਾਡਾ ਫਰੰਟ ਨੇ, ਸਾਡਾ ਚਿਹਰਾ ਨੇ, ਸਾਡੇ ਕੰਮ ਕਰਨ ਵਾਲੇ ਹੱਥ ਨੇ। ਇਹ ਜਿਹੜੀ ਸਾਡੀ ਸਿਖਾਈ ਹੋਈ ਇਬਤਦਾਈ ਤਿੱਬੀ ਇਮਦਾਦ ਦੀ ਟ੍ਰੇਨਿੰਗ ਹੈ, ਇਹ ਮੁਆਸ਼ਰੇ 'ਚ ਜਦੋਂ ਵੀ ਕੋਈ ਹਾਦਸਾ ਹੁੰਦਾ ਹੈ ਉਹ ਜਾਂਦੇ ਨੇ, ਆਪਣਾ ਕੰਮ ਕਰਦੇ ਨੇ। ਆਸ਼ੂਰਾ ਦੇ ਦਿਨ ਹੋਣ, ਕੋਈ ਸਰਪ੍ਰਾਈਜ਼ ਐਮਰਜੈਂਸੀ ਹੋ ਜਾਂਦੀ ਹੈਲਥ ਦੀ, ਉਹ ਘਰਾਂ ਦੇ ਵਿੱਚ ਵੀ ਔਰ ਆਪਣੀ ਕਮਿਊਨਿਟੀ ਵਾਸਤੇ ਵੀ ਉਹ ਬੜਾ ਅੱਛਾ ਕੰਮ ਕਰਦੇ ਨੇ, ਔਰ ਅਸੀਂ ਉਹਨਾਂ ਨੂੰ ਸਲੂਟ ਕਰਨੇ ਵਾ। ਇਹ ਦਿਨ ਅਸੀਂ ਉਹਨਾਂ ਨੂੰ ਜਿਹੜਾ ਹੈ ਖਰਾਜ ਤਹਿਸੀਨ ਪੇਸ਼ ਕਰਨ ਵਾਸਤੇ ਇਸ ਦਿਨ ਅਸੀਂ ਹਰ ਸਾਲ ਸਤੰਬਰ ਦੇ ਦੂਜੇ ਹਫਤੇ ਅਸੀਂ ਮਨਾਉਂਦੇ ਹਾਂ। ਔਰ ਇਹ 170 ਤੋਂ ਜ਼ਿਆਦਾ ਮਮਾਲਿਕ ਦੇ ਵਿੱਚ ਜਿਹੜੀ ਹੈ ਰੈੱਡ ਕਰਾਸ ਰੈੱਡ ਕ੍ਰਿਸੈਂਟ ਮੂਵਮੈਂਟ ਜਿਹੜੀ ਹੈ ਉਹ ਇਸ ਦਿਨ ਨੂੰ ਮਨਾਉਂਦੀ ਹੈ। ਤੇ ਇਮਰਾਨ ਸਾਹਿਬ, ਤੁਸੀਂ ਪਾਕਿਸਤਾਨ ਵਿੱਚ ਜਿਹੜੇ ਮੇਜਰ ਡਿਜ਼ਾਸਟਰ ਨੇ ਜਿਹਦੇ ਵਿੱਚ ਲੋਕਾਂ ਦੀ ਹੈਲਪ ਕੀਤੀ ਹੈ, ਉਹ ਕੁਝ ਦੱਸ ਸਕਦੇ ਹੋ? ਹਿਲਾਲੇ ਅਹਿਮਦ ਨੇ ਹਮੇਸ਼ਾ ਇਹਦੀ ਬੁਨਿਆਦ ਹੀ ਉਦੋਂ ਰੱਖੀ ਗਈ ਜਦੋਂ ਪਾਕਿਸਤਾਨ
ਔਰ ਇੰਡੀਆ 2 ਲੱਖ ਤੋਂ ਹੈ ਤੇ ਉਹਦੇ ਵਿੱਚ ਜਿਹੜੀ ਹਿਜਰਤ ਸੀ ਉਹਦੇ ਜਿਹੜੇ ਲੋਕਾਂ ਨੂੰ ਬੁਨਿਆਦੀ ਮਸਾਇਲ ਸਨ, ਟੈਂਟ ਨਹੀਂ ਸੀ, ਖਾਣ ਵਾਸਤੇ ਰੋਟੀ ਨਹੀਂ ਸੀ, ਉਹ ਰੈੱਡ ਕਰਾਸ ਚਰਚ ਕ੍ਰਿਸਚਨ ਨੇ ਉਸ ਵਕਤ ਤੋਂ ਹੀ ਦੇਣੇ ਸ਼ੁਰੂ ਕੀਤੇ, ਬੁਨਿਆਦ ਤੋਂ ਹੀ। ਫਿਰ 2005 ਦਾ ਤੁਸੀਂ ਜ਼ਲਜ਼ਲਾ ਲੈ ਲਓ, 2010 ਦਾ ਫਲੱਡ ਲੈ ਲਓ, 2013 ਦਾ, ਜਾਂ ਉਹਦੇ ਬਾਅਦ ਜਿੰਨੀਆਂ ਵੀ ਐਮਰਜੈਂਸੀਆਂ ਨੈਸ਼ਨਲ ਲੈਵਲ ਦੀਆਂ ਹੋਈਆਂ ਨੇ ਜਾਂ ਲੋਕਲ ਲੈਵਲ ਦੀਆਂ ਹੋਈਆਂ ਨੇ, ਉਹਦੇ 'ਚ ਹਿਲਾਲ ਅਹਿਮਦ ਨੇ ਆਪਣਾ ਮੁਸਬਤ ਕਿਰਦਾਰ ਹਮੇਸ਼ਾ ਗੌਰਮੈਂਟ ਦੇ ਨਾਲ ਮਿਲ ਕਰ ਅਦਾ ਕੀਤਾ ਹੈ। ਅੱਛਾ ਇਮਰਾਨ ਸਾਹਿਬ, ਤੁਸੀਂ ਫਸਟ ਏਡ ਕਿਸ ਤਰੀਕੇ ਨਾਲ ਦਿੰਦੇ ਹੋ? ਫਸਟ ਏਡ ਦੇ 2 ਹਿੱਸੇ ਨੇ, ਇੱਕ ਟ੍ਰੇਨਿੰਗ ਤੋਂ ਮੁਸ਼ਤਮਿਲ ਹੈ, ਦੂਜਾ ਉਹਦੀ ਖਿਦਮਾਤ ਦੇ ਹਵਾਲੇ ਨਾਲ ਹੈ। ਨਹੀਂ, ਡਿਜ਼ਾਸਟਰ ਵਿੱਚ ਤੁਸੀਂ ਕੀ ਰੋਲ ਪਲੇ ਕਰਦੇ ਹੋ? ਸਾਡਾ ਜਿਹੜੇ ਕਮਿਊਨਿਟੀ ਦੇ ਜਿਹੜੇ ਰਜ਼ਾਕਾਰਾਂ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ, ਜਿਨ੍ਹਾਂ ਨੂੰ ਸਿਖਾਇਆ, ਉਹਨਾਂ ਦਾ ਪਹਿਲਾ ਕੰਮ ਇਹੀ ਹੈ ਕਿ ਜਿਸ ਤਰ੍ਹਾਂ ਹੀ ਡਿਜ਼ਾਸਟਰ ਹੋਵੇ ਉਹ ਸਾਨੂੰ ਪਹਿਲੀ ਇਤਲਾਹ ਦਿੰਦੇ ਨੇ ਕਿ ਜੀ ਇੱਥੇ ਡਿਜ਼ਾਸਟਰ ਹੋਇਆ, ਉਹ ਚਾਹੇ ਫਲੱਡ ਹੋਵੇ ਚਾਹੇ ਅਰਥਕੁਏਕ ਹੋਵੇ। ਉਹਦੇ 'ਚ ਪਹਿਲਾ ਕੰਮ ਉਹਨਾਂ ਨੇ ਬੁਨਿਆਦ ਸਿਖਾਈ ਫਸਟ ਏਡ ਦਿੱਤੀ ਹੈ ਤਾਂ ਕਿ ਉਹ ਲੋਕਾਂ ਦੀ ਮਦਦ ਕਰਨ, ਕਿਸੇ ਨੂੰ ਜ਼ਖਮ ਲੱਗਾ ਹੈ ਉਹ ਉਹਦੀ ਮਰਹਮ ਪੱਟੀ ਕਰਨ, ਕਿਸੇ ਦੀ ਕੋਈ ਲੱਤ ਟੁੱਟ ਗਈ ਹੈ ਅਤੇ ਉਹਨੂੰ ਕਿਸ ਤਰ੍ਹਾਂ ਸਹੀ ਰੱਖਣਾ ਹੈ, ਕੋਈ ਬੇਹੋਸ਼ ਹੋ ਗਿਆ ਹੈ, ਕੋਈ ਉਹ ਕਿਸੇ ਹਾਦਸੇ ਨੂੰ ਦੇਖ ਕੇ ਵੈਸੇ ਹੀ ਉਹ ਨਫਸਿਆਤੀ ਤੌਰ 'ਤੇ ਉਹ ਬਿਹਤਰ ਨਹੀਂ ਮਹਿਸੂਸ ਕਰ ਰਿਹਾ, ਅਤੇ ਉਹਨੂੰ ਇਹ ਸਾਰੀਆਂ ਚੀਜ਼ਾਂ ਸਿਖਾਈਆਂ ਗਈਆਂ ਨੇ ਰਜ਼ਾਕਾਰ ਨੂੰ। ਉਹ ਸਾਰਿਆਂ ਨਾਲ ਪਹਿਲੇ ਉਹ ਕੰਮ ਕਰਦਾ ਹੈ, ਉਹਦੇ ਬਾਅਦ ਇਦਾਰਾ ਹਰਕਤ 'ਚ ਆਉਂਦਾ ਹੈ, ਔਰ ਫਿਰ ਜਿੰਨੀ ਜ਼ਰੂਰਤ ਹੁੰਦੀ ਹੈ ਉੱਥੇ ਬੁਨਿਆਦੀ ਜ਼ਰੂਰਤਾਂ ਦੀ, ਇਨਸਾਨ ਨੂੰ ਜਿਹੜੀ ਚੀਜ਼ਾਂ ਚਾਹੀਦੀਆਂ ਨੇ ਰਹਿਣ ਵਾਸਤੇ, ਜ਼ਿੰਦਗੀ ਗੁਜ਼ਾਰਨ ਵਾਸਤੇ, ਉਹ ਸਾਰੀ ਜ਼ਰੂਰਤਾਂ ਫਿਰ ਰੈੱਡ ਕਰਾਸ ਚਰਚ ਕ੍ਰਿਸਚਨ ਜਿਹੜੀ ਪੂਰੀ ਕਰਦੀ ਹੈ, ਮਗਰ ਹਕੂਮਤ ਦੇ ਨਾਲ ਇਮਦਾਦੀ ਰੁਕਣ ਦੇ ਤੌਰ ਦੇ ਉੱਤੇ। ਅੱਛਾ ਇਮਰਾਨ ਸਾਹਿਬ, ਇੱਕ ਹੋਰ ਸਵਾਲ ਇਹ ਆ ਕਿ ਅੱਜ ਕੱਲ੍ਹ ਜਿੰਨੀਆਂ ਵੀ ਜ਼ਿਆਦਾਤਰ ਜਿਹੜੀਆਂ 18% ਮੇਜਰ ਇੰਜਰੀਜ਼ ਜਿਹੜੀਆਂ ਨੇ ਉਹ ਘਰ 'ਚ ਹੀ ਇਹ ਕੰਮ ਸ਼ੁਰੂ ਹੁੰਦਾ, ਲਾਈਕ ਕੱਟ ਲੱਗ ਗਿਆ, ਬੱਚਾ ਡਿੱਗ ਪਿਆ, ਅਤੇ ਉਸ ਹਵਾਲੇ ਨਾਲ ਸਾਨੂੰ ਕਿਸ ਕਿਸਮ ਦੀ ਅਵੇਅਰਨੈਸ ਦੇਣੀ ਚਾਹੀਦੀ ਹੈ ਕਿ ਲੋਕ ਘਰ ਵਿੱਚ ਹੀ ਇੱਕ ਵਲੰਟੀਅਰ ਹੋਣਾ ਚਾਹੀਦਾ ਹਿਲਾਲ ਅਹਿਮਦ ਫਸਟ ਏਡ ਵਾਸਤੇ? ਜੀ, ਤੁਸੀਂ ਬਿਲਕੁਲ ਸਹੀ ਫਰਮਾਇਆ ਕਿ 80% ਜਿਹੜੇ ਹਾਦਸਾਤ ਨੇ ਜਿਹਦੇ 'ਚ ਇਨਸਾਨ ਨੂੰ ਮਦਦ ਦੀ ਜ਼ਰੂਰਤ ਉਹ ਘਰ ਦੇ ਅੰਦਰ ਹੁੰਦੇ ਨੇ, ਔਰ ਉਹਦੇ ਅੰਦਰ ਵੀ ਜਿੱਥੇ ਉਹ ਰਹਿੰਦਾ ਹੈ ਬਹਿੰਦਾ ਹੈ, ਉੱਥੇ ਉਹ ਜਿਹੜੇ ਹਾਦਸਾਤ ਹੁੰਦੇ ਨੇ। ਮੈਂ ਤੁਹਾਨੂੰ ਇੱਕ ਆਮ ਜਿਹੀ ਮਿਸਾਲ ਦਿੰਦਾ ਵਾਂ। ਇੱਕ ਬੱਚਾ ਹੈ ਜਿਹੜਾ ਉਹ ਇੱਕਦਮ ਤੁਸੀਂ ਉਹਨੂੰ ਹਸਾਉਣ ਦੀ ਖਾਤਰ ਜਾਂ ਮੁਸਕਰਾਉਣ ਦੀ ਖਾਤਰ ਉਹਨੂੰ ਇੱਕਦਮ ਡਰਾਓਗੇ, ਅਗਰ ਉਹ ਬੇਹੋਸ਼ ਹੋ ਗਿਆ ਤਾਂ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਉਹਨੂੰ ਵਾਪਸ ਹੋਸ਼ 'ਚ ਕਿਸ ਤਰ੍ਹਾਂ ਲਿਆਉਣਾ। ਬਿਲਕੁਲ, ਉਹਦਾ ਬਹੁਤ ਸਾਦਾ ਜਿਹਾ ਤਰੀਕਾ ਹੈ ਕਿ ਤੁਸੀਂ ਉਹ ਬੇਹੋਸ਼ ਹੋ ਗਿਆ, ਉਹਦਾ ਸਾਹ ਦਾ ਰਸਤਾ ਜਿਹੜਾ ਖੁੱਲ੍ਹਾ ਰੱਖੋ, ਔਰ ਉਹਦੀਆਂ ਜਿਹੜੀਆਂ ਲੱਤਾਂ ਨੇ ਉਹਦੀ ਦਿਲ ਦੀ ਸਤ੍ਹਾ ਤੋਂ ਉੱਚੀਆਂ ਰੱਖੋ। 4-5 ਮਿੰਟ ਦੇ ਅੰਦਰ ਅੰਦਰ ਉਹ ਬੱਚਾ ਜਿਹੜਾ ਵਾਪਸ ਹੋਸ਼ 'ਚ ਆ ਜਾਏਗਾ। ਨਾ ਕਿ ਅਸੀਂ ਰੋਣਾ ਸ਼ੁਰੂ ਕਰ ਦਿੰਦੇ ਹਾਂ, ਜਿਹੜਾ ਅਮਲੀ ਕੰਮ ਹੈ ਉਹ ਅਸੀਂ ਨਹੀਂ ਕਰਦੇ। ਅਤੇ ਇਹ ਮੋਸਟ ਕਾਮਨ ਐਮਰਜੈਂਸੀ ਘਰਾਂ ਦੇ ਵਿੱਚ ਬੇਹੋਸ਼ ਹੋ ਜਾਣਾ, ਉਹਦਾ ਨਫਸਿਆਤੀ ਮਸਾਇਲ, ਬੇਹੋਸ਼ ਹੋ ਜਾਣਾ ਜਾਂ ਕੱਟ ਲੱਗ ਜਾਣਾ ਘਰਾਂ ਵਿੱਚ, ਜਿਹੜੀਆਂ ਤਕਰੀਬਨ ਸਾਨੂੰ ਦੱਸਣੀਆਂ ਚਾਹੀਦੀਆਂ ਨੇ ਕਿ ਇਹ ਜਿਵੇਂ ਤੁਸੀਂ ਇੱਕ ਸਾਹ ਵਾਸਤੇ ਦੱਸਿਆ, ਕੋਈ ਹੋਰ ਵੀ ਦੱਸੋ। ਦੂਜੀ, ਅਗਰ ਕੋਈ ਕੱਟ ਲੱਗ ਗਿਆ ਅਤੇ ਉਹਦੇ 'ਚ ਤੁਸੀਂ 2 ਚੀਜ਼ਾਂ ਦੇਖਣੀਆਂ ਨੇ। ਅਗਰ ਉਹ ਮਾਈਨਰ ਬਲੀਡਿੰਗ ਹੋ ਰਹੀ ਹੈ, ਯਾਨੀ ਖੂਨ ਹਲਕਾ ਜਿਹਾ ਬਹਿ ਰਿਹਾ, ਅਤੇ ਉਹਦੇ 'ਤੇ ਤੁਸੀਂ ਬਰਾਹ ਰਾਸਤ ਦਬਾਓ ਦਿਓ ਤਾਂ ਕਿ ਉਹ ਖੂਨ ਬਹਿਣਾ ਬੰਦ ਹੋਵੇ। ਅਗਰ ਖੂਨ ਬਹਿਣਾ ਬੰਦ ਹੋ ਜਾਏਗਾ ਤਾਂ ਫਿਰ ਉਹਦੇ 'ਤੇ ਦੂਜੀ ਪੱਟੀ ਕਰਨਾ ਸ਼ੁਰੂ ਕਰੋ। ਲੋਕਾਂ ਨੇ ਇਹ ਸਮਝਿਆ ਕਿ ਪੱਟੀ ਨਾਲ ਖੂਨ ਬੰਦ ਕਰਨਾ ਹੈ। ਇਹ ਇੱਕ ਸਾਡੀ ਜਿਹੜੀ ਅਲਮੀਆ ਹੈ, ਖੂਨ ਨੂੰ ਰੋਕਣਾ ਤਾਂ ਕਿ ਸਾਡੇ ਜਿਸਮ 'ਚੋਂ ਮਾਇਆ ਜ਼ਾਇਆ ਨਾ ਹੋਵੇ, ਉਹ ਪਹਿਲਾ ਕੰਮ ਹੈ। ਪੱਟੀ ਕਰਨਾ ਦੂਜਾ ਕੰਮ ਹੈ। ਜਦੋਂ ਤੁਹਾਨੂੰ ਵਸਾਇਲ ਮਿਲ ਜਾਣ, ਪੱਟੀ ਦੇ ਬੈਗ ਮਿਲ ਜਾਏ, ਜਿਹੜੀ ਕਿੱਟ ਮੌਜੂਦ ਹੁੰਦੀ ਘਰ ਦੇ ਵਿੱਚ ਫਸਟ ਏਡ ਦੀ, ਉਹ ਕਿੱਟ ਦੇ ਵਿੱਚੋਂ ਸਮਾਨ, ਮਤਲਬ ਘਰ ਵਿੱਚ ਫਸਟ ਏਡ ਕਿੱਟ ਜ਼ਰੂਰ ਹੋਣੀ ਚਾਹੀਦੀ ਹੈ, ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਤੁਸੀਂ ਆਪਣਾ ਦੂਜੇ ਸਮਾਨ ਆਲਾਤ ਰੱਖਦੇ ਹੋ ਘਰ ਦੀ ਮੇਨਟੇਨੈਂਸ ਵਾਸਤੇ, ਇਸ ਤਰ੍ਹਾਂ ਸਿਹਤ ਦੀ ਜਾਂ ਸਿਹਤ ਤੋਂ ਮੁਤੱਲਕ ਕੋਈ ਐਮਰਜੈਂਸੀ ਹੋ ਜਾਏ, ਉਹਦੇ ਵਾਸਤੇ ਵੀ ਇੱਕ ਕਿੱਟ ਹੈ। ਉਹ ਕਿੱਟ ਹਿਲਾਲ ਅਹਿਮਦ ਤੋਂ ਬਗੈਰ ਨਫੇ ਨੁਕਸਾਨ ਤੋਂ ਜਿੰਨੇ ਦੀ ਅਸੀਂ ਖਰੀਦਨੇ ਆ ਉਹਨੇ ਦੀ ਅਸੀਂ ਅੱਗੇ ਫਰਾਹਮ ਕਰ ਦੇਣਾ। ਜਾਂ ਕੋਈ ਚਾਹੁੰਦਾ ਹੈ ਕਿ ਸਾਡੇ ਕੋਲੋਂ ਉਹਦੇ ਕੰਟੈਂਟ ਦੱਸ ਜਾਣ ਕਿ ਉਹਦੇ ਕੀ ਸ਼ੈਵਾਂ ਰੱਖੀਏ, ਬਿਲਕੁਲ ਉਹ ਚੀਜ਼ਾਂ ਵੀ ਮੌਜੂਦ ਨੇ। ਜੀ ਵੈਲਕਮ ਬੈਕ। ਤੁਸੀਂ ਸੁਣਦੇ ਪਏ ਜੇ FM 95 ਪੰਜਾਬ ਰੰਗ, ਤੇ ਅਸੀਂ ਅੱਜ ਮਨਾ ਰਹੇ ਹਾਂ ਇਬਤਦਾਈ ਤਿੱਬੀ ਇਮਦਾਦ ਦਾ ਆਲਮੀ ਦਿਹਾੜ। ਤੇ ਅਸੀਂ ਗੱਲ ਕਰਨੇ ਆ ਮੈਡਮ ਨਾਲ ਕਿ ਘਰਾਂ ਵਿੱਚ ਬਹੁਤ ਜ਼ਿਆਦਾ ਇੰਜਰੀਆਂ ਹੋ ਜਾਂਦੀਆਂ ਨੇ ਤੇ ਸਾਨੂੰ ਕਿਸ ਕਿਸਮ ਦੀ ਫਸਟ ਏਡ ਦੀ ਜ਼ਰੂਰਤ ਹੈ? ਸਭ ਤੋਂ ਪਹਿਲਾਂ ਤੇ ਘਰ ਜ਼ਿਆਦਾ ਫੀਮੇਲ ਹੁੰਦੀਆਂ ਨੇ, ਔਰਤਾਂ ਘਰ ਜ਼ਿਆਦਾ ਹੁੰਦੀਆਂ ਨੇ, ਤੇ 80% ਪਹਿਲਾਂ ਵੀ ਦੱਸ ਚੁੱਕੇ ਨੇ ਇਮਰਾਨ ਸਾਹਿਬ ਕਿ ਹਾਦਸੇ ਜ਼ਿਆਦਾ ਘਰਾਂ 'ਚ ਹੁੰਦੇ ਨੇ। ਔਰ ਰੈੱਡ ਕ੍ਰਿਸੈਂਟ ਦਾ ਜਿਹੜਾ ਸੀ ਮਕਸਦ ਵੀ ਸਾਡਾ ਇਹ ਸੀ ਕਿ ਅਸੀਂ ਜਿਹੜਾ ਹਰ ਘਰ 'ਚ ਇੱਕ ਫਸਟ ਏਡਰ ਬਣਾ ਦਈਏ। ਔਰ ਮੋਸਟਲੀ ਕੋਸ਼ਿਸ਼ ਵੀ ਇਹੀ ਹੈ ਕਿ ਫੀਮੇਲ ਅਗਰ ਖੁਦ ਫਸਟ ਏਡਰ ਹੋਏ, ਕਿਉਂਕਿ 12 ਤੋਂ 1 ਦੇ ਦਰਮਿਆਨ ਘਰ 'ਚ ਮਰਦ ਘੱਟ ਹੁੰਦੇ ਨੇ, ਔਰਤਾਂ ਜ਼ਿਆਦਾ ਹੁੰਦੀਆਂ ਨੇ। ਔਰ ਅਗਰ ਕੋਈ ਮਸਲਾ ਹੋਏ ਤਾਂ ਔਰਤ ਬੜੀ ਪੈਨਿਕ ਹੋ ਜਾਂਦੀ ਹੈ
ਬੱਚਾ ਡਿੱਗ ਪਿਆ ਨਾ, ਉਹਨੂੰ ਉੱਤੋਂ ਹੋਰ ਮਾਰਨਾ ਸ਼ੁਰੂ ਕਰ ਦਿੰਦੀ ਹੈ, ਬਜਾਏ ਕਿ ਉਹ ਉਹਦੀ ਫਸਟ ਏਡ ਕਰੇ। ਔਰ ਉਹਨੂੰ ਇਹ ਕਿ ਉਹ ਥੋੜ੍ਹੀ ਜਿਹੀ ਫਸਟ ਏਡ ਆ ਜਾਏ, ਉਹਨੂੰ ਪਤਾ ਚੱਲੇ ਕਿ ਮੈਂ ਕਾਮ ਐਂਡ ਕੁਆਇਟ ਰਹਿੰਦੇ ਆਇਆ, ਕਿਸ ਤਰ੍ਹਾਂ ਮਦਦ ਕਰਨੀ ਹੈ ਔਰ ਕਿਸ ਤਰ੍ਹਾਂ ਮਦਦ ਵਾਸਤੇ ਕਿਸੇ ਨੂੰ ਪੁਕਾਰਨਾ ਹੈ। ਜਾਂ ਖੁਦਾ ਨਾ ਖਾਸਾ ਕਿਸੇ ਨੂੰ ਕੋਈ ਪਹਿਲੀ ਕੋਈ ਕੱਪੜੇ ਇਸਤਰੀ ਕਰ ਰਹੀ ਸੀ ਫੀਮੇਲ, ਉਹ ਡਿੱਗ ਪੈਂਦੀ ਹੈ, ਬੇਹੋਸ਼ ਹੋ ਜਾਂਦੀ ਹੈ, ਕਰੰਟ ਲੱਗ ਜਾਂਦਾ ਹੈ। ਕੋਈ ਹੋਰ ਬੱਚਾ ਸੀढ़ੀ ਤੋਂ ਡਿੱਗ ਪੈਂਦਾ ਹੈ। ਘਰਾਂ 'ਚ ਬਜ਼ੁਰਗ ਅਮੂਮਨ ਦੇਖਿਆ ਹੋਣਾ ਬਾਥਰੂਮ ਵਿੱਚ ਡਿੱਗ ਪੈਂਦੇ ਨੇ ਔਰ ਉਹਨਾਂ ਦੀ ਜੋ ਜਿਹੜੀ ਹੈ ਫ੍ਰੈਕਚਰ ਹੋ ਜਾਂਦਾ, ਉਹਨਾਂ ਦੀ ਜਿਹੜੀ ਹੈ ਹਿੱਪ ਦੀ ਹੱਡੀ ਹੈ ਟੁੱਟ ਜਾਂਦੀ ਹੈ, ਅਤੇ ਔਰਤਾਂ ਫਟਾਫਟ ਪਰੇਸ਼ਾਨ ਹੋ ਜਾਂਦੀਆਂ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸਿਖਾਉਂਦੇ ਹਾਂ ਉਹਨਾਂ ਨੂੰ ਕਿ ਉਹ ਪਰੇਸ਼ਾਨ ਨਾ ਹੋਣ ਔਰ ਆਪਣਾ ਕਾਲ ਹੈ ਫਾਰ ਹੈਲਪ ਕਰਨਾ ਸਿੱਖਣ। ਕਿ ਸਭ ਤੋਂ ਪਹਿਲਾਂ ਅਸੀਂ ਸਾਰੀ ਦਿਹਾੜੀ ਫੋਨ ਕਰਨੇ ਹਾਂ, ਪਰ ਅਸੀਂ ਜਦੋਂ ਹੈਲਪ ਵਾਸਤੇ ਫੋਨ ਕਰਨਾ ਹੁੰਦਾ ਸਾਨੂੰ ਕੋਈ ਸਮਝ ਨਹੀਂ ਲੱਗਦੀ ਕਿ ਕਿਹੜੀਆਂ ਮਾਲੂਮਾਤ ਨੇ। ਸਪੈਸ਼ਲੀ ਆਪਣਾ ਐਡਰੈਸ ਦੱਸਣ, ਆਪਣਾ ਨਾਮ ਬੜੇ ਅੱਛੇ ਤਰੀਕੇ ਨਾਲ ਦੱਸਣ, ਕਿਹੜੀ ਜਗ੍ਹਾ 'ਤੇ ਰਹਿ ਰਹੇ ਨੇ, ਆਪਣੇ ਘਰ ਦੇ ਕਰੀਬੀ ਕੋਈ ਮਾਰ ਕੇ ਉਹ ਦੱਸ ਦੇਣ ਕਿ ਲੈ ਜੀ ਮੇਰਾ ਘਰ ਇੱਥੇ ਫਿਰ ਮਦਦ ਦੀ ਜ਼ਰੂਰਤ ਹੈ। ਔਰ ਮਦਦ ਵਾਸਤੇ ਪੁਕਾਰਨਾ ਕਿਹਨੂੰ ਹੈ ਇਹ ਪਤਾ ਹੋਣਾ ਚਾਹੀਦਾ ਕਿ ਦੇਖੋ ਹਰ ਵੇਲੇ 1122 ਦੀ ਜ਼ਰੂਰਤ ਨਹੀਂ ਹੁੰਦੀ। ਅਗਰ ਕਰੀਬੀ ਹਸਪੀਟਲ ਵਿੱਚ ਕੋਈ ਹੈ ਜਾਂ ਘਰ ਵਾਲੇ ਕਿਸੇ ਦੂਸਰੇ ਹਮਸਾਏ ਨੂੰ ਬੁਲਾਉਣ ਦੀ ਜ਼ਰੂਰਤ ਹੈ ਤੇ ਸਾਡੇ ਕੋਲ ਉਹ ਨੰਬਰ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲਾਂ ਸਾਡੇ ਕਰੀਬੀ ਜਿਹੜਾ ਹਸਪਤਾਲ ਹੈ ਸਾਡੇ ਕੋਲ ਉਹ ਨੰਬਰ ਹੋਣਾ ਚਾਹੀਦਾ। ਸਾਡੇ ਕੋਲ ਅਮੂਮਨ ਇੰਝ ਹੁੰਦਾ ਕਿ ਲਿਸਟ ਭਰੀਏ ਨੰਬਰਾਂ ਦੀ, ਲੇਕਿਨ ਐਮਰਜੈਂਸੀ ਦੇ ਨੰਬਰ ਨਹੀਂ ਹੁੰਦੇ। ਲੇਕਿਨ ਅਗਰ ਨਹੀਂ ਵੀ ਹਨ ਤਾਂ ਚਲੋ 15 'ਤੇ ਕਾਲ ਕਰ ਲਈਏ। ਔਰ ਕਿਸੇ ਜ਼ਮਾਨੇ 'ਚ 17 ਤੋਂ ਕਾਲ ਕਰਕੇ ਲੋਕ ਨੰਬਰ ਲੈ ਲੈਂਦੇ ਸਨ, ਹੁਣ ਉਹ ਵੀ ਸਹੂਲਤ ਨਹੀਂ ਰਹੀ ਕਿਉਂਕਿ ਜੋ ਮੋਬਾਈਲ ਹੈ ਇਹਨੇ ਥੋੜ੍ਹਾ ਇਹਨਾਂ ਚੀਜ਼ਾਂ ਕੋਲੋਂ ਦੂਰ ਕਰਤਾ ਹੈ। ਲੇਕਿਨ ਸਭ ਤੋਂ ਪਹਿਲਾਂ ਇਹ ਹੈ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਮੈਨੇਜ ਕਰਾਂਗੇ। ਹਾਂ, ਸਿਚੁਏਸ਼ਨ ਉਸ ਵਕਤ ਬੜੀ ਪੈਨਿਕ ਹੁੰਦੀ ਹੈ ਤੇ ਬੰਦਾ ਹੋਸ਼ੋ-ਹਵਾਸ ਖੋ ਬੈਂਦਾ। ਹਾਂ ਤੇ ਅੱਛਾ, ਤੁਸੀਂ ਗੱਲ ਕਰ ਰਹੇ ਸੀ ਅਗਰ ਬੱਤੀ ਲੱਗਦੀ ਹੈ ਤੇ ਉਹਦਾ ਕੀ ਫਸਟ ਏਡ ਹੈ? ਅੱਛਾ, ਉਹਦੇ 'ਚ ਸਭ ਤੋਂ ਪਹਿਲਾਂ ਆਇਆ ਉਹਨੂੰ ਪਤਾ ਹੋਣਾ ਚਾਹੀਦਾ ਕਿ ਫਸਟ ਏਡ ਲਫ਼ਜ਼ ਇੱਕ ਪਹਿਲੀ ਮਦਦ, ਨਾਟ ਮੈਡੀਕਲ ਏਡ, ਕਿ ਕੋਈ ਡਾਕਟਰ ਦੀ ਜ਼ਰੂਰਤ ਨਹੀਂ। ਫਸਟ ਏਡ ਦਾ ਮਤਲਬ ਹੀ ਹੈ ਵੇ ਕਿ ਡਾਕਟਰ ਦੇ ਕੋਲ ਜਾਣ ਤੋਂ ਪਹਿਲਾਂ ਅਸੀਂ ਉਸ ਮਰੀਜ਼ ਨੂੰ ਜਿਹੜੀ ਕੋਈ ਸਡਨਲੀ ਹਾਦਸਾ ਜਾਂ ਵਾਕਿਆ ਹੋ ਗਿਆ ਉਹਨੂੰ ਅਸੀਂ ਇੰਨਾ ਕੁ ਬਿਹਤਰ ਕਰ ਲਈਏ ਕਿ ਉਹ ਡਾਕਟਰ ਕੋਲ ਜਾਏ ਤੇ ਉਹਦੀ ਜਾਨ ਬਚ ਜਾਏ। ਕੋਸ਼ਿਸ਼ ਮਤਲਬ ਇਹ ਹੋਣੀ ਚਾਹੀਦੀ ਹੈ। ਤੇ ਅਗਰ ਬਿਜਲੀ ਦਾ ਸਵਿੱਚ ਅਗਰ ਸਾਨੂੰ ਪਤਾ ਹੈ, ਅਗਰ ਅਸੀਂ ਘਰ ਦੇ ਬੰਦੇ ਹਾਂ ਤਾਂ ਅਸੀਂ ਅਗਰ ਉਹ ਮੇਨ ਸਵਿੱਚ ਆਫ ਕਰ ਦਈਏ ਜਾਂ ਬਟਨ ਆਫ ਕਰ ਦਈਏ ਤਾਂ ਸਭ ਤੋਂ ਪਹਿਲੀ ਮਦਦ ਹੈ। ਲੇਕਿਨ ਅਸੀਂ ਕੀ ਕਰਨੇ ਹਾਂ, ਫਟਾਫਟ ਉਸ ਕੈਜੂਅਲਟੀ ਨੂੰ ਫੜ ਲੈਂਦੇ ਹਾਂ ਔਰ ਉਹਦੇ ਨਾਲ ਕੀ ਹੁੰਦਾ ਕਿ ਹਮ ਤੋਂ ਡੁੱਬੇ ਸਨਮ ਤੁਮ ਕੋ ਵੀ ਲੈ ਡੁੱਬੇ। ਤਾਂ ਉਹ ਬੰਦਾ ਤਾਂ ਕਰੰਟ ਲੱਗਾ ਹੀ ਹੈ, ਉਹਨੂੰ ਤੁਸੀਂ ਪਤਾ ਹੋਣਾ ਚਾਹੀਦਾ ਕਿ ਕੋਈ ਰਬੜ, ਕੋਈ ਲੱਕੜੀ ਜਾਂ ਕੋਈ ਐਸਾ ਚੀਜ਼ ਜਿਹੜੀ ਕਿ ਉਸ ਬਾਡੀ ਨੂੰ ਲਹਿਦਾ ਕਰੀਏ ਤਾਰ ਦੇ ਨਾਲ ਅਗਰ ਉਹ ਲੱਗੀ ਹੈ। ਬਿਲਕੁਲ, ਇੱਕ ਤਾਂ ਇਹ ਪਤਾ ਹੋਣਾ ਚਾਹੀਦਾ। ਦੂਸਰਾ ਇੱਕ ਸਾਡਾ ਫਾਰਮੂਲਾ ਲੱਕੜੀ, ਹਾਂ ਰਬੜ, ਲੱਕੜੀ ਜਾਂ ਕੋਈ ਕੱਪੜਾ ਜ਼ਿਆਦਾ ਅਗਰ ਵਿੱਚ ਬੈਰੀਅਰ ਹੋਏ ਜਿਹਦੇ ਨਾਲ ਕਰੰਟ ਪਾਸ ਨਾ ਹੁੰਦੀ ਹੋਏ, ਕਿਉਂਕਿ ਬਾਡੀ ਟੂ ਬਾਡੀ ਡਾਇਰੈਕਟ ਕਰੰਟ ਲੱਗ ਜਾਂਦੀ ਹੈ। ਉਸ ਤੋਂ ਬਚਣ ਵਾਸਤੇ ਸਾਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਸੇ ਚੀਜ਼ ਦੀ ਮਦਦ ਲੈਂਦੇ ਆਏ ਹਾਂ ਉਹਦੀ ਬਾਡੀ ਨੂੰ ਲਹਿਦਾ ਕਰ ਦਈਏ। ਫਿਰ ਸਾਡਾ ਇੱਕ ਜਿਹੜਾ ਫਸਟ ਏਡ 'ਚ ਫਾਰਮੂਲਾ DRABC, ਉਹਨੂੰ ਮੱਦੇਨਜ਼ਰ ਰੱਖਦੇ ਹਾਂ ਸਭ ਤੋਂ ਪਹਿਲਾਂ ਕਿ ਉਹ ਬਾਡੀ ਦਾ ਅਸੀਂ ਚੈੱਕਅਪ ਕਰੀਏ ਕਿ ਇਰਦ ਗਿਰਦ ਕੋਈ ਹੋਰ ਐਸੀ ਚੀਜ਼ ਤਾਂ ਨਹੀਂ ਜਿਹੜੀ ਨੁਕਸਾਨ ਪਹੁੰਚਾ ਦੇਗੀ। ਮਤਲਬ ਪਾਣੀ ਹੋ ਸਕਦਾ, ਕੋਈ ਛਾਪਰ ਹੋ ਸਕਦਾ, ਕੋਈ ਹੋਰ ਕਿੱਲ ਵਗੈਰਾ ਹੋ ਸਕਦਾ ਕਿ ਜਿਹੜਾ ਕਰੀਬ, ਉਹਦਾ ਅਸੀਂ ਜਾਇਜ਼ਾ ਲਈਏ। ਫਿਰ ਅਸੀਂ ਉਹਦਾ DRABC ਨੂੰ ਅਸੀਂ ਡਾਕਟਰ ABC ਵੀ ਆਉਂਦੇ ਹਾਂ। ਅਤੇ ਉਹਦਾ ਮਤਲਬ ਇਹ ਡੇਂਜਰਸ ਨੂੰ ਦੂਰ ਕਰਨਾ। R ਦਾ ਮਤਲਬ ਜੇ ਰੈਸਪੌਂਸ ਯਾਨੀ ਬਾਡੀ ਦਾ ਚੈੱਕ ਕਰ ਲਈਏ ਕਾਂਸ਼ੀਅਸ ਹੈ ਅਨਕਾਂਸ਼ੀਅਸ ਹੈ। ਔਰ ਉਹਦੀਆਂ ਵੀ ਦੋ ਸੂਰਤਾਂ ਨੇ। ਉਹਨੂੰ ਚੈੱਕ ਕਰਨ ਦੇ ਨਾਲ ਹੀ ਅਸੀਂ ਕਾਲ ਫਾਰ ਹੈਲਪ ਕਰ ਦਈਏ ਅਗਰ ਸਾਨੂੰ ਖਤਰਾ ਕਿ ਇਹ ਅਨਕਾਂਸ਼ੀਅਸ ਹੈ ਅਤੇ ਅਸੀਂ ਕਾਲ ਫਾਰ ਹੈਲਪ ਕਰਕੇ, ਕਿਉਂਕਿ ਅਸੀਂ ਜਿੰਨੀ ਦੇਰ 'ਚ ਉਹਨੂੰ ਮੈਨੇਜ ਕਰਾਂਗੇ ਮਦਦ ਵਾਸਤੇ ਸਾਡੇ ਲੋਕ ਆ ਜਾਣਗੇ। ਉਸ ਕਾਲ ਫਾਰ ਹੈਲਪ ਬੜੀ ਅਹਿਮ ਚੀਜ਼ ਹੈ। ਉਹਦੇ 'ਚ ਸਾਨੂੰ ਇਹ ਦੱਸਣਾ ਕੈਜੂਅਲਟੀ ਇੱਕ ਹੀ ਹੈ, ਕਿਸ ਟਾਈਮ ਗਿਰੀ ਸੀ, ਕਿੰਨਾ ਕੁ ਨੁਕਸਾਨ ਹੋਇਆ ਔਰ ਵਾਕਿਆ ਕੀ ਹੋਇਆ, ਹਾਦਸਾ ਕੀ ਹੈ। ਕਿਉਂਕਿ ਹਾਦਸਾ ਮੁਖਤਲਿਫ ਕਿਸਮ ਦੇ ਹੁੰਦੇ ਨੇ, ਡਿਜ਼ਾਸਟਰ ਵੀ ਹੁੰਦਾ ਹੈ। ਇਕੱਲੀ ਇੱਕ ਕਰੰਟ ਵਾਲੀ ਫੀਮੇਲ ਹੈ ਅਤੇ ਉਹਦੇ ਵਾਸਤੇ ਖਾਲੀ ਇੱਕ ਐਂਬੂਲੈਂਸ ਔਰ ਇੱਕ ਬੰਦਾ ਚਾਹੀਦਾ ਹੈ। ਔਰ ਅਗਰ ਮੋਰ ਦੈਨ ਵਨ ਨੇ ਡਿਜ਼ਾਸਟਰ ਦੀ ਸਿਚੁਏਸ਼ਨ ਹੈ ਤਾਂ ਜ਼ਿਆਦਾ ਐਂਬੂਲੈਂਸਾਂ, ਜ਼ਿਆਦਾ ਬੰਦੇ ਚਾਹੀਦੇ ਹੁੰਦੇ ਨੇ ਅਤੇ ਉਹਨਾਂ ਦੀ ਮਦਦ ਵਾਸਤੇ ਇਹ ਸਾਰਾ ਦੱਸਣਾ ਪੈਂਦਾ। ਫਿਰ ਜੇ B ਤੋਂ ਅਸੀਂ ਬਰੀਥਿੰਗ ਚੈੱਕ ਕਰਾਂਗੇ ਕਿ ਉਹ ਸਾਹ ਲੈ ਰਹੀ ਹੈ ਜਾਂ ਨਹੀਂ ਲੈ ਰਹੀ। ਉਹਦੇ ਵਾਸਤੇ ਵੀ ਇੱਕ ਫਾਰਮੂਲਾ ਹੈ, ਲੁੱਕ, ਲਿਸਨ ਐਂਡ ਫੀਲ, ਕਿ ਅਸੀਂ ਵੇਖਦੇ ਵੀ ਹਾਂ, ਫੀਲ ਵੀ ਕਰਨੇ ਹਾਂ ਔਰ ਸੁਣਦੇ ਵੀ ਹਾਂ ਐਟ ਏ ਟਾਈਮ ਬਾਡੀ ਨੂੰ। ਔਰ ਫਿਰ ਉਹਨੂੰ ਚੈੱਕ ਕਰਦਿਆਂ ਹੋਇਆਂ, ਉਸ ਫਾਰਮੂਲੇ ਨੂੰ ਵੇਖਦਿਆਂ ਹੋਇਆਂ ਕਿ ਬਾਡੀ ਦੀ ਉਹਨੂੰ ਹੀ ਰੱਖਦਿਆਂ ਹੋਇਆਂ, ਹੁਣ ਪੈਂਡੈਮਿਕ ਦੇ ਦੌਰਾਨ ਅਸੀਂ ਕੁਛ ਚੀਜ਼ਾਂ ਚੇਂਜ ਕੀਤੀਆਂ ਨੇ ਕਿ ਅਸੀਂ ਕਿੰਨਾ ਕੁ ਕਲੋਜ਼ ਜਾਵਾਂਗੇ ਔਰ ਬੈਰੀਅਰ ਕਿਸ ਤਰ੍ਹਾਂ ਰੱਖਾਂਗੇ, ਗਲਵਜ਼ ਜ਼ਰੂਰ ਪਾਵਾਂਗੇ, ਹੱਥ ਸੈਨੀਟਾਈਜ਼ਰ ਹੋਣੇ ਚਾਹੀਦੇ, ਮਾਸਕ ਪਾਇਆ ਹੋਣਾ ਚਾਹੀਦਾ, ਸਾਡਾ ਫਾਸਲਾ ਜਿਹੜਾ ਉਹ ਹੋਣਾ ਚਾਹੀਦਾ। ਲੇਕਿਨ ਹੱਥ ਨਾਲ ਟੱਚ ਕਰਨ ਤੋਂ ਪਹਿਲਾਂ ਅਸੀਂ ਬੈਰੀਅਰ ਨੇ ਉਹ ਵਿੱਚ ਰੱਖਾਂਗੇ ਔਰ ਅਗਰ ਉਹ ਉਹਨਾਂ ਨੂੰ ਨਹੀਂ ਯੂਜ਼ ਕਰਾਂਗੇ ਤਾਂ ਖੁਦਾ ਨਾ ਖਾਸਤਾ ਅਗਰ ਉਹ ਬਾਡੀ ਨੂੰ, ਲੇਕਿਨ ਇਹ ਘਰ ਦਾ ਬੰਦਾ ਸੀ, ਤੁਹਾਨੂੰ ਪਤਾ ਸੀ ਇਹਨੂੰ ਕਰੋਨਾ ਨਹੀਂ ਹੈ ਤੇ ਤੁਸੀਂ ਖੋਲ ਕੇ ਉਹਦੀ ਫਸਟ ਏਡ ਕਰ ਸਕਦੇ ਹੋ। ਅੱਛਾ ਮੈਡਮ, ਇੱਕ ਹੋਰ ਸਵਾਲ ਹੈ ਅਕਸਰ ਸਵਾਨੀਆਂ ਨੂੰ ਪੇਸ਼ ਆਉਂਦਾ, ਸਾਡੇ ਲਿਸਨਰ ਨੂੰ ਦੱਸੋ
ਕਿ ਬੱਚਿਆਂ ਦੇ ਅਕਸਰ ਹੱਥ ਜਲ ਜਾਂਦੇ ਨੇ ਘਰਾਂ ਵਿੱਚ, ਜੀ ਜੀ। ਤੇ ਉਹਦੇ ਵਾਸਤੇ ਅਸੀਂ ਇਬਤਦਾਈ ਤਿੱਬੀ ਇਮਦਾਦ ਕੀ ਦੇ ਸਕਦੇ ਹਾਂ? ਸਭ ਤੋਂ ਪਹਿਲਾਂ ਕਿ ਬੱਚਿਆਂ ਦੇ ਵੀ ਔਰਤਾਂ ਦੇ ਵੀ ਅਕਸਰ ਬਿਲਕੁਲ। ਤਵਾ ਲੱਗ ਜਾਂਦਾ ਹੈ, ਰੋਟੀ ਦੀ ਭਾਪ ਲੱਗ ਜਾਂਦੀ ਹੈ, ਕੋਈ ਹੋਰ ਗਰਮ ਪਾਣੀ ਲੱਗ ਜਾਂਦਾ ਹੈ, ਤੇ ਸਭ ਤੋਂ ਪਹਿਲੀ ਫਸਟ ਏਡ ਹੈ ਕਿ ਅਸੀਂ ਉਹਨਾਂ ਨੂੰ ਪਾਣੀ ਜਿਹੜਾ ਆਮ ਨਾਰਮਲ ਸਾਡੇ ਟੂਟੀ ਦਾ ਪਾਣੀ ਅਸੀਂ ਉਹਦੇ ਉੱਤੇ ਬਹਾਈਏ। ਇਹ ਪਹਿਲੇ ਤੇ ਇਹ ਬਰਨ ਦੀਆਂ ਡਿਗਰੀਆਂ 3 ਹੁੰਦੀਆਂ, ਪਹਿਲੀ ਡਿਗਰੀ, ਦੂਸਰੀ ਔਰ ਤੀਸਰੀ। ਪਹਿਲੀ ਡਿਗਰੀ ਨਾ ਖਾਲੀ ਮਤਲਬ ਹੈ ਥੋੜਾ ਜਿਹਾ ਮਤਲਬ ਹੈ ਕਿ ਆ ਜਾਂਦਾ ਹੈ, ਸਵੈਲਿੰਗ ਹੋ ਗਈ, ਰੈੱਡ ਹੋ ਗਿਆ, ਉਹ ਤੁਹਾਨੂੰ ਪਤਾ ਚੱਲ ਰਿਹਾ ਕਿ ਜ਼ਰਾ ਸੂ ਤਵਾ ਲੱਗ ਗਿਆ, ਇਹ ਉਹਦਾ ਤੁਸੀਂ ਘਰ ਇਲਾਜ ਕਰ ਸਕਦੇ ਹੋ। ਸੈਕਿੰਡ ਡਿਗਰੀ ਦਾ ਇਹ ਫਰਕ ਹੈ ਕਿ ਹੋ ਸਕਦਾ ਬਲਿਸਟਰ ਬਣ ਜਾਏ, ਕੋਈ ਛਾਲਾ ਪੈ ਜਾਏ ਪਾਣੀ ਪਾਣ ਦੇ ਨਾਲ, ਜਾਂ ਤੁਸੀਂ ਸਮ ਟਾਈਮ ਅਸੀਂ ਆਪਣੀਆਂ ਜਿਹੜੀਆਂ ਨਾ ਸਾਨੂੰ ਕਿਸੇ ਨੇ ਦੱਸਿਆ ਹੁੰਦਾ ਕਿ ਇਹ ਲਾਓ ਤੇ ਅਸੀਂ ਉਹ ਲਾਣੇ, ਤੇ ਉਹਦੇ ਨਾਲ ਸਿਰੋਂ ਜਿਹੜਾ ਨਹੀਂ ਉਹ ਨਹੀਂ ਲਾਣੇ ਚਾਹੀਦੇ, ਕਿਉਂਕਿ ਇਹ ਹੀ ਮਸਲਾ ਹੈ ਕਿ ਸਾਨੂੰ ਅਵੇਅਰ ਕਰਨ ਦੀ ਅਸੀਂ ਉਹ ਸਾਡੇ ਮਤਲਬ ਇਮਰਾਨ ਸਾਹਿਬ ਕਹਿੰਦੇ ਵੀ ਨੇ ਕਿ ਰਾਈਟ ਪ੍ਰੈਕਟਿਸ ਮੇਕ ਅ ਮੈਨ ਪਰਫੈਕਟ। ਅਸੀਂ ਪਤਾ ਇੱਕ ਫਾਰਮੂਲਾ ਪੜਿਆ, ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਅਸੀਂ ਕਿਹਾ ਇਹ ਬੰਦੇ ਨਾਲ ਚੂੰਕੇ ਜਲ ਗਿਆ ਇਹਦੇ ਤੇ ਬਰਨੌਲ ਲਾ ਦਿਓ, ਨਹੀਂ ਲਾਣੀ ਚਾਹੀਦੀ। ਐਸੇ ਆਲੂ ਕੱਟ ਕੇ ਲਾ ਦਿਓ, ਨਹੀਂ ਲਾਣਾ ਚਾਹੀਦਾ। ਐਸੇ ਜੀ ਤੁਸੀਂ ਦਹੀਂ ਲਾ ਦਿਓ, ਕੁਛ ਲੋਕ ਟੂਥਪੇਸਟ ਲਾ ਦਿੰਦੇ ਨੇ, ਕੁਛ ਲੋਕ ਮਿੱਟੀ ਲਾ ਦਿੰਦੇ ਨੇ, ਕੁਛ ਲੋਕ ਮਤਲਬ ਆਪਣੀ ਪ੍ਰੈਕਟਿਸ ਉਹਨਾਂ ਕੀਤੀ ਹੁੰਦੀ ਹੈ, ਉਹ ਵਕਤੀ ਤੌਰ ਤੇ ਉਹਨੂੰ ਅਸਲ ਵਿੱਚ ਠੰਡ ਪਹੁੰਚਾ ਰਹੇ ਹੁੰਦੇ ਨੇ। ਲੇਕਿਨ ਬਿਹਤਰੀਨ ਤਰੀਕਾ ਇੱਕ ਆਮ ਨਾਰਮਲ ਜਿਹੜਾ ਬਹਿੰਦਾ ਹੈ ਟੂਟੀ ਦਾ ਪਾਣੀ ਹੈ, ਗਰਮ ਨਹੀਂ ਹੋਣਾ ਚਾਹੀਦਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਗਰਮ ਔਰ ਸਰਦੀਆਂ 'ਚ ਬਹੁਤ ਜ਼ਿਆਦਾ ਸਰਦ। ਨਾਰਮਲ ਪਾਣੀ ਜਿਹੜਾ ਅਗਰ ਉਹਨੂੰ ਤੁਸੀਂ ਟੂਟੀ 'ਚ ਗਰਮ ਹੈ ਤੇ ਜੱਗ 'ਚ ਪਾ ਕੇ ਵੀ ਉਹ 'ਤੇ ਬਹਾ ਸਕਦੇ ਹੋ, ਔਰ ਉਹ 1 ਜਾਂ 2 ਸੈਕਿੰਡ ਮਿੰਟ ਤੋਂ ਬਾਅਦ ਤੁਸੀਂ ਵੇਖੋਗੇ ਉਹ ਬਿਲਕੁਲ ਬਾਡੀ ਦੀ, ਕਿਉਂਕਿ ਜਿਹੜਾ ਸਾਡੀ ਬਾਡੀ ਦੀ ਹੀਟ ਹੈ ਉਹਦੇ ਮੁਤਾਬਕ ਆ ਜਾਂਦੀ ਹੈ, ਤੇ ਉਹ ਠੀਕ ਹੋ ਜਾਂਦਾ। ਇਮਰਾਨ ਸਾਹਿਬ, ਘਰ ਵਿੱਚ ਜਿਵੇਂ ਮੈਡਮ ਦੱਸ ਰਹੀਆਂ ਨੇ, ਫਸਟ ਏਡਰ ਸਾਡਾ ਇੱਕ ਬੰਦਾ ਹੋਣਾ ਚਾਹੀਦਾ। ਤੁਸੀਂ ਕਿਸ ਕਿਸਮ ਦੇ ਟੂਲ ਇਸਤੇਮਾਲ ਕਰਦੇ ਹੋ ਲੋਕਾਂ ਨੂੰ ਅਵੇਅਰ ਕਰਨ ਵਾਸਤੇ? ਅੱਜ ਕੱਲ੍ਹ ਤੇ ਮੀਡੀਆ ਦਾ ਦੌਰ ਹੈ, ਮੀਡੀਆ ਤੇ ਕੈਂਪੇਨ ਚਲਾ ਰਿਹਾ ਜੇ ਜਾਂ ਪ੍ਰੋਗਰਾਮ ਕਰ ਰਿਹਾ ਜੇ, ਕਿਸ ਕਿਸਮ ਨਾਲ ਤੁਸੀਂ ਜਿਹੜਾ ਹੈ ਨਾ ਲੋਕਾਂ ਨੂੰ ਅਵੇਅਰ ਕਰ ਰਹੇ? ਸਾਡੇ 2-3 ਲਰਨਿੰਗ ਫੋਰਮ ਨੇ। ਇੱਕ ਆਨਲਾਈਨ ਹੈ, ਉਹ ਕੋਈ ਵੀ ਘਰ ਬਹਿ ਕੇ ਉਹਦੀ ਜਿਹੜੀ ਬੁਨਿਆਦੀ ਤਰਬੀਅਤ ਹੈ ਉਹ ਹਾਸਿਲ ਕਰ ਸਕਦਾ ਹੈ। ਉਹਦੇ ਵਾਸਤੇ ਉਹਨੂੰ ਟਾਈਪ ਕਰਨਾ ਪਏਗਾ ifrc.org। ਸਾਡਾ ਇੱਕ ਪਲੇਟਫਾਰਮ ਹੈ, ਉਹਦੇ ਉੱਤੇ ਜਿਹੜੀ ਬੁਨਿਆਦੀ ਤਰਬੀਅਤ ਹੈ ਉੱਥੇ ਮੌਜੂਦ ਹੈ। ਦੂਜੀ ਹੈ ਜਿਹੜੀ ਮੈਡਮ ਗੱਲ ਕਰ ਰਹੇ ਸਨ ਕਿ ਪ੍ਰੈਕਟਿਸ ਜਿਹੜੀ ਹੈ ਉਹ ਸਹੀ ਹੋਣੀ ਚਾਹੀਦੀ, ਉਹ ਤੁਹਾਨੂੰ ਕਿਸੇ ਸੁਪਰਵਾਈਜ਼ਰ ਦੀ ਨਿਗਰਾਨੀ 'ਚ ਕਰਨੀ ਪਏਗੀ। ਜਿਸ ਤਰ੍ਹਾਂ ਪੰਜਾਬ ਦੇ ਹੁਣ 20 ਜ਼ਿਲ੍ਹਿਆਂ ਤੋਂ ਅਸੀਂ ਕੰਮ ਸ਼ੁਰੂ ਕੀਤਾ ਸੀ ਟ੍ਰੇਨਿੰਗ ਪ੍ਰੋਗਰਾਮ ਦਾ, ਉਹ ਆਗਾਜ਼ ਹੁੰਦਾ ਹੈ ਸਕੂਲ, ਕਾਲਜ, ਯੂਨੀਵਰਸਿਟੀ, ਉਹਦੇ ਵਿੱਚ ਬੱਚਿਆਂ ਨੂੰ ਮੁਫਤ ਤਰਬੀਅਤ ਦਿੱਤੀ ਜਾ ਰਹੀ ਹੈ। ਉਹਦੇ 'ਚ ਕਲੋਜ਼ ਕੰਟੈਕਟ ਜਿਹੜਾ ਨਾ ਹੁਣ ਅਸੀਂ ਜਿਹੜਾ ਨਾ ਅਵਾਇਡ ਕਰਨੇ ਪਏ ਹਾਂ, ਉਹਦੇ ਕੋਲੋਂ ਅਸੀਂ ਪ੍ਰੇਜ਼ ਕਰਨੇ ਹਾਂ ਕਿ ਉਹਨੂੰ ਵੀ ਅਸੀਂ ਆਨਲਾਈਨ ਸ਼ਿਫਟ ਕਰ ਰਹੇ ਹਾਂ। ਔਰ ਕੁਛ ਚੀਜ਼ਾਂ ਐਸੀਆਂ ਨੇ ਜਿਹੜੀਆਂ ਤੁਸੀਂ ਲੋਕਾਂ ਨੂੰ ਪਬਲਿਕ ਅਵੇਅਰਨੈਸ ਦੇ ਥਰੂ, ਯਾਨੀ ਮੈਸੇਜ ਹੈ, ਜਿਸ ਤਰ੍ਹਾਂ ਤੁਸੀਂ ਪੰਫਲੇਟ ਤੁਹਾਡੇ ਸਾਹਮਣੇ ਪਿਆ, ਇਹ ਅਸੀਂ ਲੋਕਾਂ 'ਚ ਆਮ ਆਵਾਮ 'ਚ ਤਕਸੀਮ ਕਰੀਦਾ। ਇਹਦਾ ਮਕਸਦ ਇਹੀ ਹੈ ਕਿ ਲੋਕ ਪੜ੍ਹਨ, ਔਰ ਅਗਰ ਉਹਨਾਂ ਨੇ ਕਿਤੇ ਉਹ ਟ੍ਰੇਨਿੰਗ ਹਾਸਿਲ ਕੀਤੀ ਸੀ, ਜਿਹੜੀ ਚੀਜ਼ ਭੁੱਲ ਗਏ ਨੇ ਉਹਨਾਂ ਨੂੰ ਦੁਬਾਰਾ ਯਾਦ ਆ ਜਾਏ। ਕੁਝ ਛੋਟੀਆਂ ਵੀਡੀਓਜ਼ ਬਣਾ ਰਹੇ ਹਾਂ 1 ਮਿੰਟ ਦੀ, 2 ਮਿੰਟ ਦੀ, ਜਿਹਨੂੰ ਸੋਸ਼ਲ ਮੀਡੀਆ 'ਤੇ ਸਰਕੂਲੇਟ ਕਰਾਂਗੇ। ਉਹਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਉਹਦੇ ਜ਼ਰੀਏ ਵੀ ਆਗਾਹੀ ਦਿੱਤੀ ਜਾ ਸਕੇ। ਤੀਸਰਾ ਜਿਹੜਾ ਸਾਡਾ ਬੁਨਿਆਦੀ ਕੰਮ ਹੈ ਉਹ ਹੈ ਕਿ ਜਿਹੜੀ ਫਿਜ਼ੀਕਲ ਕਲੋਜ਼ ਜੋ ਕੰਟੈਕਟ ਦੇ ਨਾਲ ਜਿਹੜੀ ਟ੍ਰੇਨਿੰਗ ਹੈ, ਜਿਸ ਤਰ੍ਹਾਂ ਕੁਛ ਕੰਮ ਇਸ ਤਰ੍ਹਾਂ ਦੀ ਪੱਟੀ ਕਰਨਾ ਹੈ, ਇਹ ਜਿੰਨੀ ਦੇਰ ਤੁਸੀਂ ਖੁਦ ਆਪਣੇ ਹੱਥ ਨਾਲ ਕਰੋਗੇ ਨਹੀਂ, ਉਹ ਤੁਹਾਨੂੰ ਨਹੀਂ ਆਏਗੀ। ਉਹਦੇ ਵਾਸਤੇ ਅਸੀਂ ਹੋਮ ਬੇਸ ਲੈਸਨ ਤਿਆਰ ਕੀਤੇ ਨੇ ਕਿ ਜਿਹੜਾ ਟ੍ਰੇਨਿੰਗ ਕਰਦਾ ਆਨਲਾਈਨ, ਉਹਨੂੰ ਫਿਰ ਉਹ ਹੋਮ ਬੇਸ ਮੈਸੇਜ ਭੇਜੀਦਾ, ਉਹ ਫਿਰ ਉਹ ਪੱਟੀ ਨੂੰ ਦੁਬਾਰਾ ਆਪਣੇ ਘਰ ਵਾਲੇ ਕਿਸੇ 'ਤੇ ਕਰੇਗਾ, ਸਾਨੂੰ ਫਿਰ ਭੇਜਦਾ ਹੈ, ਦੇਖ ਲਓ ਕਿ ਠੀਕ ਹੈ ਕਿ ਨਹੀਂ ਹੈ। ਅਤੇ ਉਹਦੇ ਜ਼ਰੀਏ ਵੀ ਇਹਨੂੰ ਜਿਹੜਾ ਨਾ ਅਸੀਂ ਇਹ ਕੰਮ ਜਾਰੀ ਰੱਖਿਆ। ਜਿਹੜਾ ਅੱਲਾ ਕਰੇਗਾ ਕਿ ਜਲਦੀ ਇਹ ਮਾਮਲਾਤ ਜਿਹੜੇ ਨੇ ਪੈਂਡੈਮਿਕ ਵਾਲੇ ਮੁਕੰਮਲ ਹੁੰਦੇ ਨੇ, ਅਤੇ ਫਿਰ ਦੁਬਾਰਾ ਜਿਹੜੀ ਰੂਟੀਨ ਪ੍ਰੈਕਟਿਸ, ਜਿਹੜੀ ਰੂਟੀਨ ਸੀ ਸਾਡੀ ਟ੍ਰੇਨਿੰਗ ਸੀ, ਉਹਦੇ 'ਤੇ ਦੁਬਾਰਾ ਅਸੀਂ ਵਾਪਸ ਆ ਜਾਣਾ। ਜੀ ਇਮਰਾਨ ਸਾਹਿਬ, ਕੋਵਿਡ-19 ਦੇ ਵਿੱਚ ਤੁਸੀਂ ਕਿਸ ਕਿਸਮ ਦੇ ਲੋਕਾਂ ਨੂੰ ਅਵੇਅਰ ਕੀਤਾ? ਹਰ ਤਰ੍ਹਾਂ ਦੀ, ਰੈੱਡ ਕਰਾਸ, ਰੈੱਡ ਕ੍ਰਿਸਚਨ, ਹਰ ਤਰ੍ਹਾਂ ਦੇ ਬੰਦੇ ਨੂੰ ਅਵੇਅਰ ਕਰਨਾ, ਜਿਹਨੂੰ ਪਹਿਲੇ ਆਉਂਦਾ ਹੈ ਉਹਨੂੰ ਵੀ, ਔਰ ਜਿਹਨੂੰ ਇਹਦੇ ਬਾਰੇ 'ਚ ਨਹੀਂ ਮਾਲੂਮ ਉਹਦੇ ਤੱਕ ਆਗਾਹੀ ਪਹੁੰਚਾਉਣਾ ਵੀ ਸਾਡੀ ਜ਼ਿੰਮੇਦਾਰੀ ਹੈ। ਅਸੀਂ ਆਪਣਾ ਇਖਲਾਕੀ ਫਰਜ਼ ਸਮਝਦੇ ਹਾਂ ਕਿ ਉਹਨਾਂ ਤੱਕ ਵੀ ਉਹ ਮੈਸੇਜ ਜਾਵੇ। ਅਸੀਂ ਲੋਕਾਂ ਨੂੰ ਸਿਰਫ ਆਗਾਹੀ ਨਹੀਂ ਫਰਾਹਮ ਕੀਤੀ, ਉਹਨਾਂ ਨੂੰ ਐਸੀਆਂ ਚੀਜ਼ਾਂ ਵੀ ਫਰਾਹਮ ਕੀਤੀਆਂ ਨੇ ਹੈਲਥ ਕੇਅਰ ਵਰਕਰਸ ਨੂੰ, ਜਿਹੜੀ ਉਹ ਪਾ ਕੇ ਮਰੀਜ਼ਾਂ ਦੀ ਦੇਖਭਾਲ ਕਰਨ ਅਤੇ ਉਹਨਾਂ ਨੂੰ ਇਹ ਬਿਮਾਰੀ ਨਾ ਲੱਗੇ। ਉਹਦੇ 'ਚ ਹਿਲਾਲ ਅਹਿਮਦ ਸਾਡਾ। ਔਰ ਮੈਡਮ, ਡਿਜ਼ਾਸਟਰ ਵਿੱਚ ਬਲੱਡ ਦੀ ਬਹੁਤ ਜ਼ਿਆਦਾ ਅਸ਼ਰ ਜ਼ਰੂਰਤ ਹੁੰਦੀ ਹੈ। ਵੈਸੇ ਵੀ ਸਾਨੂੰ ਓਵਰਆਲ ਵੀ ਰੂਟੀਨ ਵਾਈਜ਼ ਲਾਈਫ ਵਿੱਚ ਵੀ ਬਲੱਡ ਦੀ ਬੜੀ ਜ਼ਰੂਰਤ ਹੁੰਦੀ, ਖਾਸ ਤੌਰ 'ਤੇ ਔਰਤਾਂ ਨੂੰ। ਅਤੇ
ਤੁਹਾਨੂੰ ਅਸੀਂ ਬਲੱਡ ਜਿਹੜਾ ਹੈ ਉਹ ਕਿਸ ਤਰ੍ਹਾਂ ਦੇ ਸਕਨੇ, ਜਾਂ ਕੋਈ ਅਗਰ ਡੋਨੇਟ ਕਰਨਾ ਚਾਹੁੰਦਾ ਹੈ ਤਾਂ ਉਹ ਬਲੱਡ ਤੁਹਾਡੇ ਤੱਕ ਕਿਵੇਂ ਪਹੁੰਚ ਸਕਦਾ ਹੈ? ਡਿਊਰਿੰਗ ਕਰੋਨਾ ਬੜਾ ਹੀ ਮੁਸ਼ਕਿਲ ਰਹੀ ਹੈ, ਬਹੁਤ ਜ਼ਿਆਦਾ ਮੁਸ਼ਕਿਲ। ਅਸੀਂ ਆਪਣਾ ਥੈਲੇਸੀਮੀਆ ਸੈਂਟਰ, ਕਿਉਂਕਿ 710 ਫੈਮਲੀਆਂ ਰਜਿਸਟਰਡ ਨੇ ਸਾਡੇ ਕੋਲ, ਜਿਨ੍ਹਾਂ ਦੇ ਬੱਚਿਆਂ ਨੂੰ ਡੇਲੀ 40-50 ਬੱਚਿਆਂ ਨੂੰ ਬਲੱਡ ਲੱਗਦਾ ਹੈ। ਔਰ ਡੇਲੀ ਇਸ ਦੌਰਾਨ, ਚੂँਕਿ ਕਾਲਜ ਬੰਦ ਹੋ ਗਏ ਸਨ, ਕਾਲਜ ਬੰਦ ਹੋਣ ਦੀ ਵਜ੍ਹਾ ਨਾਲ, ਕਿਉਂਕਿ ਜ਼ਿਆਦਾਤਰ ਕੈਂਪ ਕਾਲਜਾਂ 'ਚ ਹੁੰਦੇ ਨੇ, ਯੂਥ ਬਲੱਡ ਦਿੰਦੀ ਹੈ, ਜਾਂ ਕਿਸੇ ਕੰਪਨੀ 'ਚ ਹੁੰਦੇ ਨੇ, ਕੰਪਨੀਆਂ ਵੀ ਲਿਮਿਟਿਡ ਸਟਾਫ ਰੱਖ ਕੇ ਆਪਣਾ ਕੰਮ ਕਰ ਰਹੀਆਂ ਸਨ, ਅਤੇ ਵਲੰਟੀਅਰਸ ਜਿਹੜੇ ਸਨ ਉਹਨਾਂ ਨੇ ਸਾਡੀ ਬੜੀ ਮਦਦ ਕੀਤੀ ਹੈ। ਡਿਜ਼ਾਸਟਰ, ਚੂँਕਿ ਅਰਥਕੁਇਕ 2005 'ਚ ਮੈਨੂੰ, ਮੇਰੇ ਲਈ ਐਜ਼ਾਜ਼ ਦੀ ਗੱਲ ਹੈ ਕਿ ਮੈਂ ਉਹਦੇ 'ਚ ਕੰਮ ਕੀਤਾ। ਪਾਕਿਸਤਾਨ ਰੈੱਡ ਕ੍ਰਿਸੈਂਟ ਮੇਰਾ 2005 ਵਿੱਚ ਮੈਂ ਜੁਆਇਨਿੰਗ ਕੀਤੀ, ਅਤੇ ਅਕਤੂਬਰ ਦੀ 8 ਤਰੀਕ ਨੂੰ ਉਹ ਜ਼ਲਜ਼ਲਾ ਆਇਆ। ਉਸ ਜ਼ਲਜ਼ਲੇ ਦੇ ਵਿੱਚ ਰਾਤ 12-12 ਵਜੇ ਤੱਕ ਅਸੀਂ ਗੌਰਮੈਂਟ ਦੇ ਨਾਲ ਮਿਲ ਕੇ ਕੰਮ ਕੀਤਾ ਹੈ, ਔਰ ਉਹਦੇ 'ਚ ਵੀ ਕਿ ਬਲੱਡ ਦੀ ਜ਼ਰੂਰਤ ਸੀ, ਲੇਕਿਨ ਲੋਕਾਂ ਦਾ ਜਜ਼ਬਾ ਬੜਾ ਜ਼ਿਆਦਾ ਸੀ ਕਿ ਲੋਕਾਂ ਨੇ ਖੂਨ ਵੀ ਦਿੱਤਾ, ਪੈਸੇ ਵੀ ਦਿੱਤੇ, ਜ਼ਕਾਤ ਵੀ ਦਿੱਤੀ। ਸੁਬਾਹ ਸ਼ਾਮ 12-12 ਵਜੇ ਤੱਕ ਅਸੀਂ ਯਾਨੀ ਕਿ ਡੋਨੇਸ਼ਨ ਵੀ ਇਕੱਠੀ ਕੀਤੀ ਹੈ ਲੋਕਾਂ ਕੋਲੋਂ, ਲੋਕਾਂ ਦੀ ਇਮਦਾਦ ਵੀ। ਲੇਕਿਨ ਔਰਤ ਦੀ ਤੁਸੀਂ ਗੱਲ ਕੀਤੀ, ਤੇ ਔਰਤ ਦਾ ਹੀਮੋਗਲੋਬਨ ਅੱਜ ਵੈਸੇ ਹੀ ਘੱਟ ਜੇ। ਔਰਤ ਨੂੰ ਤੇ ਜਿੰਨੀ ਦੇਰ ਅੱਜ ਕੱਲ੍ਹ 6 ਬੈਗ ਨਹੀਂ ਲੱਗਦੇ, ਉਹ ਬੱਚਾ ਵੀ ਪੈਦਾ ਨਹੀਂ ਹੁੰਦਾ, ਕਿਉਂਕਿ ਔਰਤਾਂ ਨੇ ਨਾ ਗਲਤ ਸਮਝ ਲਿਆ ਹੈ ਬੈਲੈਂਸ ਡਾਈਟ ਨੂੰ। ਉਹਨਾਂ ਨੇ ਡਾਈਟਿੰਗ ਦਾ ਨਾਮ, ਡਾਈਟਿੰਗ ਨੂੰ ਉਹਨਾਂ ਨੇ ਬੈਲੈਂਸ ਡਾਈਟ ਦੀ ਬਜਾਏ ਨਾ ਉਹਨਾਂ ਨੇ ਫਾਕਾ ਕਸ਼ੀ ਸਮਝ ਲਈ ਹੈ। ਔਰ ਸੁਬਾਹ ਸ਼ਾਮ ਫਾਕਾ ਕਰ ਕਰਕੇ ਲੜਕੀਆਂ ਸੋਚਿਆ ਹੱਡੀ ਨਜ਼ਰ ਆਏਗੀ, ਹੱਡੀ ਨਜ਼ਰ ਆਏਗੀ ਤੇ ਫਿਰ ਅਸੀਂ ਸਹੀ ਫੀਮੇਲ ਲੱਗਣੀ ਆ, ਪਰ ਨਾ ਸਾਡੀ ਔਰ ਸਿਹਤ ਇੰਨੀ ਖਰਾਬ ਹੈ ਫੀਮੇਲ ਦੀ ਸਪੈਸ਼ਲੀ। ਔਰ ਵੈਸੇ ਹੀ ਜਿਹੜੀ ਐਂਟੀਨੇਟਲ ਹੈ ਉਹਦੀ ਵੈਸੇ ਹੀ ਖਰਾਬ ਹੈ। ਉਹ ਬੱਚਾ ਪੈਦਾ ਕਰਨ ਵਾਸਤੇ 6-6 ਬਲੱਡ ਦੀਆਂ ਬੋਤਲਾਂ ਮੈਂ ਦੇਣੀਆਂ ਫਿਰ ਜਾ ਕੇ, ਔਰ ਕਿਸ ਤਰ੍ਹਾਂ ਉਹ ਅਰੇਂਜ ਕਰਨੇ ਆ ਉਹ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਕਿਸ ਤਰ੍ਹਾਂ। ਸਪੈਸ਼ਲੀ ਨੈਗੇਟਿਵ ਗਰੁੱਪ ਪਾਕਿਸਤਾਨ 'ਚ ਇੰਨੀ ਅਵੇਅਰਨੈਸ ਨਹੀਂ, ਲੋਕ ਅੱਜ ਵੀ ਖੂਨ ਦਿੰਦੇ ਆ ਡਰਦੇ ਨੇ, ਅੱਜ ਵੀ ਖੂਨ ਦਿੰਦੇ ਆ ਡਰਦੇ ਨੇ, ਇੰਨੀ ਅਵੇਅਰਨੈਸ ਹੋਣ ਦੇ ਬਾਵਜੂਦ ਕਿ ਇਹਦਾ ਸਾਨੂੰ ਪਿੰਡਾਂ ਵਿੱਚ ਅਜੇ ਵੀ ਅਗਰ ਕੋਈ ਬਲੱਡ ਦਿੰਦਾ ਤੇ ਭਾਈ ਤੂੰ ਨਹੀਂ ਬਲੱਡ ਦੇ, ਇੱਕ ਬੜਾ ਫੋਬੀਆ ਹੈ, ਤੇ ਇਸ ਨੂੰ ਅਸੀਂ ਕਿੰਝ ਇਸ ਇੱਕ ਤੇ ਵੇਖੋ ਨਾ ਕਿ ਸਭ ਤੋਂ ਪਹਿਲੀ ਹਸਤੀ ਜਿਹੜੀ ਦੁਨੀਆ ਤੇ ਆਈ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਹਿਜਾਮਾਂ ਦੀ ਪ੍ਰੈਕਟਿਸ ਕਰਦੇ ਸਨ, ਕਿ ਕਿਉਂ ਉਹਨਾਂ ਨੂੰ ਇੰਨਾ ਪਤਾ ਸੀ, ਕਿੰਨੇ ਵੱਡੇ ਸਾਇੰਸਦਾਨ ਸਨ ਕਿ ਉਹਨਾਂ ਨੂੰ ਮਾਲੂਮ ਸੀ ਕਿ ਬਲੱਡ ਸਰਕੂਲੇਸ਼ਨ ਵਧੇਗੀ ਤੇ ਮੇਰੀ ਸਿਹਤ ਅੱਛੀ ਹੋਏਗੀ। ਕਿਆ ਲੋਕਾਂ ਨੂੰ ਇੰਨਾ ਪਤਾ ਨਹੀਂ ਹੈ। ਅਗਰ ਮੇਰੀ ਸਿਹਤ ਅੱਛੀ ਹੈ, ਇਹ ਅਗਰ ਦੀ ਸ਼ਰਤ ਹੈ, ਕਿਸੇ ਨੂੰ ਹੈਪੇਟਾਈਟਸ ਹੈ, ਕਿਸੇ ਨੂੰ HIV ਹੈ, ਕਿਸੇ ਨੂੰ ਅਗਰ ਸ਼ੂਗਰ ਹੈ, ਕਿਸੇ ਦਾ ਅਗਰ ਵੈਸੇ ਹੀ ਡਰਦਾ ਹੈ, ਸਾਈਕੋਲੋਜੀਕਲੀ ਕੋਈ ਪ੍ਰੋਬਲਮ ਹੈ, ਜਾਂ ਉਹਦਾ ਵਜ਼ਨ ਘੱਟ ਹੈ, ਜਾਂ ਉਹਦੀ ਸਿਹਤ ਠੀਕ ਨਹੀਂ, ਜਾਂ ਉਹ ਕੋਈ ਨਸ਼ਾ ਕਰਦਾ, ਤਾਂ ਉਹ ਬਲੱਡ ਹੀ ਨਹੀਂ ਦੇ ਸਕਦਾ। ਡੋਨਰ ਦਾ ਕ੍ਰਾਈਟੇਰੀਆ ਵੈਸੇ ਹੀ ਬੜਾ ਮੁਸ਼ਕਿਲ ਹੈ, ਯਾਨੀ ਸਮਝੋ ਕਿ ਉਹਨੂੰ ਮੀਟ ਕਰਨਾ ਇੰਨਾ ਆਸਾਨ ਨਹੀਂ, ਹਰ ਕੋਈ ਡੋਨਰ ਨਹੀਂ ਹੋ ਸਕਦਾ। ਬਿਲਕੁਲ ਇੰਝ ਹੀ ਹੈ ਕਿ ਹਰ ਬੰਦੇ ਕੋਲ ਪੈਸੇ ਨੇ, ਪਰ ਹੱਜ ਦੀ ਨਸੀਬ ਕਿਸੇ ਨੂੰ ਹੁੰਦਾ, ਤੇ ਡੋਨਰ ਵੀ ਅੱਲਾ ਕਿਸੇ ਨੂੰ ਬਣਾਉਂਦਾ ਹੈ। ਕੁਰਾਨ ਦੀ ਆਇਤ ਹੈ ਕਿ ਜਿਸ ਨੇ ਕਿਸੇ ਇੱਕ ਦੀ ਜਾਨ ਬਚਾਈ ਉਹਨੇ ਪੂਰੀ ਇਨਸਾਨੀਅਤ ਨੂੰ ਬਚਾਇਆ। ਅੱਛਾ, ਨਹੀਂ ਕੋਈ ਹੈਲਪਲਾਈਨ ਵੀ ਹੋਣੀ ਚਾਹੀਦੀ ਨਾ, ਅਗਰ ਮੈਂ ਦੇਣਾ ਚਾਹਣਾ ਤੇ ਮੈਂ ਤੁਹਾਨੂੰ ਕਾਲ ਕਰ ਸਕਦਾ, ਤੁਹਾਡੀ ਕੋਈ ਵੈਬਸਾਈਟ ਵਿਜ਼ਿਟ ਕਰ ਸਕਦਾ, ਤੇ ਉਹਦੇ ਲਈ ਕੋਈ ਦੱਸੋ। ਹਾਂਜੀ ਬਿਲਕੁਲ, ਵੈਬਸਾਈਟ ਇਹਦੀ ਖਾਸ ਤੌਰ ਸਪੈਸ਼ਲੀ ਬਲੱਡ ਦੀ ਤਾਂ ਨਹੀਂ, ਲੇਕਿਨ ਹਲਾਲੇ ਅਮਰ ਦਾ ਜਿਹੜਾ ਕਾਮਨ ਨੰਬਰ ਹੈ ਉਹ ਅਸੀਂ ਇਹਨਾਂ ਦਿਨਾਂ 'ਚ ਲੋਕਾਂ ਨੂੰ ਐਂਬੂਲੈਂਸ ਫ੍ਰੀ ਕੀਤੀ। ਐਂਬੂਲੈਂਸ ਵੈਸੇ ਅਸੀਂ ਉਬਰ ਕੋਲੋਂ ਵੀ ਹੈਲਪ ਲਈ, ਉਹ ਫ੍ਰੀ ਲੋਕਾਂ ਨੂੰ, ਡੋਨਰ ਨੂੰ ਲੈ ਕੇ ਆਉਂਦੇ ਸਨ, ਘਰਾਂ 'ਚ ਛੱਡ ਕੇ ਆਉਂਦੇ ਸਨ। ਬਕਾਇਦਾ ਅਸੀਂ ਡੋਨਰ ਜਿਹੜੀ ਵੀ ਜਗ੍ਹਾ 'ਤੇ ਰਹਿ ਰਿਹਾ ਹੁੰਦਾ ਸੀ, ਅਸੀਂ ਉਹਨੂੰ ਆਫਰ ਕੀਤੀ ਕਿ ਅਗਰ ਉਹ ਆਏਗਾ ਸਾਡੇ ਕੋਲ ਬਲੱਡ ਦੇਣ ਵਾਸਤੇ ਤੇ ਅਸੀਂ ਉਹਨੂੰ ਫ੍ਰੀ ਛੱਡ ਕੇ ਆਵਾਂਗੇ, ਲੈ ਕੇ ਆਵਾਂਗੇ। ਤੇ ਇਹਨਾਂ ਦਿਨਾਂ 'ਚ ਇਹ ਵੀ ਸਾਡੇ ਰੈੱਡ ਕ੍ਰਿਸੈਂਟ ਅੱਜ ਵੀ ਐਂਬੂਲੈਂਸ ਅਸੀਂ ਡਰਾਈਵਰ ਹਰ ਵਕਤ ਹਾਜ਼ਰ ਰਹਿੰਦਾ ਕਿ ਅਗਰ ਤੁਸੀਂ ਖਾਲੀ ਕਾਲ ਕਰੋਗੇ ਤਾਂ ਅਸੀਂ ਤੁਹਾਨੂੰ ਇੱਥੋਂ ਚੈਨਲ ਤੋਂ ਲੈ ਕੇ ਵੀ ਜਾਵਾਂਗੇ ਔਰ ਵਾਪਸ ਛੱਡ ਕੇ ਵੀ ਜਾਵਾਂਗੇ। ਲੇਕਿਨ ਪਹਿਲਾਂ ਤੁਹਾਡਾ ਮੈਡੀਕਲ ਚੈੱਕਅਪ ਹੋਏਗਾ, ਕਿਆ ਤੁਸੀਂ ਬਲੱਡ ਦੇ ਵੀ ਸਕਦੇ ਹੋ ਕਿ ਨਹੀਂ ਦੇ ਸਕਦੇ। ਤੁਸੀਂ ਪਹਿਲਾਂ 4 ਮਹੀਨੇ ਪਹਿਲਾਂ ਬਲੱਡ ਤੇ ਨਹੀਂ ਦਿੱਤਾ, ਔਰ ਅਗਰ ਦਿੱਤਾ ਤੇ ਉਹਦੇ ਕੋਈ ਤੁਹਾਡਾ ਹੀਮੋਗਲੋਬਨ ਇਸ ਵਕਤ ਕਿੰਨਾ ਹੈ, ਲੜਕੀ ਦਾ 12 ਔਰ ਲੜਕੇ ਦਾ 13 ਹੋਣਾ ਚਾਹੀਦਾ, ਫਿਰ ਤੁਸੀਂ ਬਲੱਡ ਦੇ ਸਕਦੇ ਹੋ। ਤੁਹਾਡਾ ਵਜ਼ਨ ਕਮ ਸੇ ਕਮ 50 ਕਿਲੋ ਹੋਣਾ ਚਾਹੀਦਾ, ਫਿਰ ਤੁਸੀਂ ਬਲੱਡ ਦੇ ਸਕਦੇ ਹੋ। ਤੇ ਹਰ ਬੰਦਾ ਬਲੱਡ ਨਹੀਂ ਦੇ ਸਕਦਾ, ਤੇ ਤੁਹਾਨੂੰ ਕੋਈ ਡਿਜ਼ੀਜ਼ ਨਾ ਹੋਏ, ਮਤਲਬ ਕੋਈ ਹੋਰ ਬਿਮਾਰੀ ਨਾ ਹੋਏ, ਐਪੀਲੈਪਸੀ ਅੱਜ ਕੱਲ੍ਹ, ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹੈ। ਹਾਂ, ਜਿਨ੍ਹਾਂ ਦਾ ਜ਼ਿਆਦਾ ਰਹਿੰਦਾ ਜੋ ਉਹਨਾਂ ਵਾਸਤੇ ਅੱਲਾ ਦੀ ਨਿਹਮਤ ਹੈ ਕਿ ਉਹ ਖੂਨ ਦੇਣ ਕਰਨ, ਉਹ ਵੈਸੇ ਹੀ ਨੀਚੇ ਆ ਜਾਂਦਾ ਉਹਨਾਂ ਦਾ ਲੈਵਲ। ਅੱਛਾ ਇਮਰਾਨ ਸਾਹਿਬ, ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਕਿ ਪਾਕਿਸਤਾਨ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਹਾਦਸਾਤ ਨੇ, ਜਿਹੜੀਆਂ ਅਮਵਾਤ ਨੇ, ਉਹ ਰੋਡ ਐਕਸੀਡੈਂਟ ਨਾਲ ਹੁੰਦੀਆਂ। ਬਿਲਕੁਲ ਠੀਕ ਹੈ। ਤੇ ਰੋਡ ਤੇ ਅਕਸਰ ਲੋਕ ਜਿਹੜੇ ਨੇ ਉਹ ਡਿੱਗ ਪੈਂਦੇ ਨੇ, ਐਕਸੀਡੈਂਟ ਹੋ ਜਾਂਦਾ ਤੇ ਲੋਕ ਉਹਨੂੰ ਵੇਖਦੇ ਰਹਿੰਦੇ ਨੇ, ਜਾਂ ਸਮ ਟਾਈਮ ਲੋਕ ਇਕੱਠੇ ਹੁੰਦੇ ਨੇ ਮੈਗਾ ਸਿਟੀ 'ਚ, ਤਾਂ ਲੋਕਾਂ ਨੂੰ ਪਤਾ ਹੈ ਕਿ ਅਸੀਂ ਰੈਸਕਿਊ ਨੂੰ ਫੋਨ ਕਰੀਏ ਜਾਂ ਇਸ ਬੰਦੇ ਨੂੰ ਕਰਾਂਗੇ ਤੇ ਇੱਥੇ ਆ ਜਾਏਗਾ, ਨਾਲ ਹਸਪੀਟਲ ਹੈ। ਤੇ ਪਿੰਡਾਂ ਵਿੱਚ ਜਾਂ ਛੋਟੇ ਛੋਟੇ ਜਿਹੜੇ ਸ਼ਹਿਰ ਨੇ ਉੱਥੇ ਲੋਕ ਵੇਖੀ ਜਾਂਦੇ ਨੇ, ਅੱਜ ਕੱਲ੍ਹ ਲੋਕ ਮੂਵੀ ਬਣਾਉਣਾ ਸ਼ੁਰੂ ਹੋ ਜਾਂਦੇ ਨੇ, ਤੇ ਉੱਥੇ ਤੁਸੀਂ ਦੱਸੋ ਕਿ ਲੋਕ ਕਿਵੇਂ ਉਹਨੂੰ ਫਸਟ ਏਡ ਦੇ ਸਕਦੇ ਨੇ। ਪਹਿਲੀ ਚੀਜ਼ ਤੇ ਬੁਨਿਆਦੀ ਉਹਨਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਅਗਰ ਕੋਈ 2 ਅਫਰਾਦ ਆਪਸ ਵਿੱਚ ਟਕਰਾਏ ਨੇ ਔਰ ਉਹਨਾਂ ਦੇ ਜਿਸਮ 'ਚ ਜਾਂ ਖੂਨ ਵਹਿ ਰਿਹਾ ਹੈ ਜਾਂ ਹੱਡੀ ਟੁੱਟੀ ਹੈ,
ਤੇ ਉਹ ਸਾਰਿਆਂ ਨਾਲ ਪਹਿਲੇ ਜਿਹੜੀ ਐਮਰਜੈਂਸੀ ਸਰਵਿਸ ਹੈ ਉਹਦੇ ਉੱਤੇ ਕਾਲ ਕਰਨ ਤਾਂ ਉਹਨਾਂ ਨੂੰ ਹਾਦਸੇ ਦੀ ਨੋਇਅਤ ਦੱਸਣ ਤੇ ਤਾਂ ਕਿ ਉਹ ਆ ਸਕਣ, ਬਰ ਵਕਤ ਪਹੁੰਚ ਸਕਣ, ਤਾਂ ਕਿ ਜਿਸਮ 'ਚ ਜ਼ਿਆਦਾ ਖੂਨ ਨਾ ਜ਼ਾਇਆ ਹੋਏ ਤੇ ਉਹ ਹੱਡੀ ਜਿਹੜੀ ਟੁੱਟੀ ਹੈ ਉਹ ਮਲਟੀਪਲ ਫ੍ਰੈਕਚਰ ਜਾਂ ਲੋਕਾਂ ਦੇ ਹੈਂਡਲ ਕਰਨ ਦੀ ਵਜ੍ਹਾ ਨਾਲ ਜ਼ਿਆਦਾ ਜਗ੍ਹਾ ਤੋਂ ਨਾ ਟੁੱਟ ਜਾਏ। ਆਮ ਅਫਰਾਦ ਨੂੰ ਸਿਰਫ ਇੱਕ ਹੀ ਤਾਕੀਦ ਹੈ ਕਿ ਉਹ ਕਿਸੇ ਵੀ ਇਨਸਾਨ ਦੀ ਜਾਨ ਬਚਾਉਣਾ ਚਾਹੁੰਦੇ ਨੇ ਤੇ ਉਹਦੇ ਵਾਸਤੇ ਸਾਦਾ ਜਿਹਾ ਤਰੀਕਾ ਹੈ ਕਿ ਉਹਦਾ ਸਾਹ ਚੱਲਦਾ ਰਹਿਣ। ਉਹਦੇ ਵਾਸਤੇ ਜ਼ਰੂਰੀ ਹੈ ਕਿ ਉਹਦੀ ਗਰਦਨ ਨੂੰ ਜਿਸਮ ਦਾ ਜਿਹੜਾ ਹਿੱਸਾ ਹੈ ਉਹਦੇ ਵੇਖ ਕੇ ਕੋਈ ਨੀਲ ਨਹੀਂ ਹੈ, ਕੋਈ ਖੂਨ ਨਹੀਂ ਬਹਿ ਰਿਹਾ, ਤੇ ਉਹ ਉੱਤੇ ਦੀ ਤਰਫ ਕਰ ਦੇਣ ਤਾਂ ਕਿ ਉਹਦਾ ਰਾਸਤਾ ਸਾਹ ਲੈਣ ਦਾ ਸਾਫ਼ ਹੋ ਜਾਏ। ਅਗਰ ਉਹ ਸਾਹ ਲੈਣ ਦਾ ਰਸਤਾ ਸਾਫ਼ ਹੋ ਕਰ ਦੇਣਗੇ ਤੇ ਇਹ ਉਹਨਾਂ ਦੀ ਉਹ ਨੇਕੀ ਹੈ ਜਿਹੜੀ ਉਹਨਾਂ ਦੀ ਜਾਨ ਬਚਾ ਦੇਗੀ। ਔਰ ਇਹਦੇ 'ਚ ਕੋਈ ਦਵਾਈ ਨਹੀਂ ਚਾਹੀਦੀ, ਸਿਰਫ ਸਾਦਾ ਜੀ ਗੱਲ ਹੈ ਕਿ ਉਹਨਾਂ ਨੂੰ ਇਹ ਦੱਸਣਾ ਕਿ ਇਹ ਸਾਹ ਦਾ ਰਸਤਾ ਸਾਫ਼ ਰੱਖਣ। ਜ਼ੁਬਾਨ ਅਗਰ ਹਲਕ 'ਚ ਪਿੱਛੇ ਚਲੀ ਗਈ ਹੈ ਤੇ ਗਰਦਨ ਅਗਰ ਉੱਤੇ ਕਰਨਗੇ ਤੇ ਉਹ ਜਿਹੜੀ ਜ਼ੁਬਾਨ ਹੈ ਰਾਸਤੇ ਤੋਂ ਹਟ ਜਾਏਗੀ। ਦੂਸਰੀ ਬੁਨਿਆਦੀ ਗੱਲ ਜਿਹੜੀ ਉਹਨਾਂ ਨੂੰ ਜ਼ਿਆਦਾ ਫਾਇਦਾ ਦੇ ਸਕਦੀ ਹੈ ਮਰੀਜ਼ਾਂ ਨੂੰ ਜਾਂ ਜਿਹੜੇ ਲੋਕ ਜ਼ਖਮੀ ਨੇ ਉੱਥੇ, ਕਿ ਉਹਨਾਂ ਨੂੰ ਇੱਕ ਜਗ੍ਹਾ ਤੋਂ ਫੌਰੀ ਤੌਰ 'ਤੇ ਉਠਾ ਕਰ ਕਿਸੇ ਦੂਸਰੀ ਜਗ੍ਹਾ 'ਤੇ ਨਾ ਰੱਖਣ, ਉੱਥੇ ਹੀ ਉਹਨਾਂ ਦੇ ਸਾਹ ਜਿਹੜਾ ਉਹਨਾਂ ਨੂੰ ਕਾਇਮ ਕਰਨ ਦੀ ਕੋਸ਼ਿਸ਼ ਕਰਨ ਔਰ ਰਾਸਤੇ ਨੂੰ ਸਾਫ਼ ਕਰ ਦੇਣ ਤਾਂ ਕਿ ਜਿਹੜੀ ਟ੍ਰੈਫਿਕ ਹੈ ਜਾਂ ਟਰਾਂਸਪੋਰਟ ਹੈ ਉਹ ਦੂਜੇ ਰਸਤੇ ਤੋਂ ਚੱਲਣਾ ਸ਼ੁਰੂ ਹੋ ਜਾਏ, ਤਾਂ ਕਿ ਉਹਨਾਂ ਦੀ ਮਦਦ ਬਿਹਤਰ ਤੌਰ 'ਤੇ ਕੀਤੀ ਜਾ ਸਕੇ। ਜਿਹੜੇ ਐਕਸਪਰਟ ਨੇ, ਜਿਹੜੇ ਐਮਰਜੈਂਸੀ 'ਚ ਆਉਂਦੇ ਨੇ, ਉਹਨਾਂ ਕੋਲ ਸਾਰੇ ਲਵਾਜ਼ਮਾਤ ਮੌਜੂਦ ਹੁੰਦੇ ਨੇ। ਲੋਕ ਉੱਥੇ ਜਿਹੜਾ ਨਾ ਉਹ ਝੁਰਮੁਰ ਬਣਾ ਲੈਂਦੇ ਨੇ, ਉਹਨੂੰ ਤੇ ਵੈਸੇ ਹੀ ਨਹੀਂ ਫਿਰ ਉਹ ਹਵਾ ਲੱਗਦੀ ਸਾਹ ਲੈਣ ਦਾ ਹੀ ਪ੍ਰੋਬਲਮ ਉਹਨਾਂ ਲੋਕਾਂ ਨੂੰ ਜ਼ਿਆਦਾ ਹੋਇਆ, ਔਰ ਇਹ ਸਭ ਤੋਂ ਵੱਡੀ ਅਸੀਂ ਗਲਤੀ ਕਰਦੇ ਹਾਂ। ਬਿਲਕੁਲ, ਉਹਦੇ ਵਾਸਤੇ ਲੋਕਾਂ ਨੂੰ ਸਾਦਾ ਕੋਈ ਵੀ ਇੱਕ ਬੰਦਾ ਜਿਹੜਾ ਮੁਨਾਸਬ ਤਰਬੀਅਤ ਯਾਫਤਾ ਹੈ ਔਰ ਅਗਰ ਉਹਨੇ ਟ੍ਰੇਨਿੰਗ ਲਈ ਹੈ ਤੇ ਉਹ ਜਾਣਦਾ ਹੈ ਕਿ ਲੋਕਾਂ ਨੂੰ ਹਟਾਉਣਾ ਕਿਸ ਤਰ੍ਹਾਂ ਹੈ। ਅਗਰ ਕੋਈ ਕੰਮ ਲੋਕਾਂ ਕੋਲ ਉੱਥੇ ਮੌਜੂਦ ਲੈਣਾ ਹੈ, ਕਿਸੇ ਖੂਨ ਕਿਸੇ ਦਾ ਵਗ ਰਿਹਾ ਹੈ ਤੇ ਉਹ ਬੰਦ ਕਰਨਾ ਹੈ, ਤਾਂ ਕਿਸੇ ਨੂੰ ਕਹਿ ਸਕਦਾ ਹੈ ਜਨਾਬ ਤੁਸੀਂ ਇਹ ਜਿਹੜਾ ਸਾਫਾ ਲਿਆ ਵੇ ਇਹ ਦੇ ਦਿਓ, ਕੋਈ ਕੱਪੜਾ ਦੇ ਦਿਓ, ਤਾਂ ਕਿ ਉਹਨੂੰ ਦਬਾਓ ਦੇ ਕੇ ਤੇ ਉਹਦਾ ਖੂਨ ਰੋਕਿਆ ਜਾਏ। ਕਿਉਂਕਿ ਖੂਨ ਰੁਕ ਜਾਏਗਾ, ਉਹਦਾ ਸਾਹ ਚੱਲਦਾ ਰਹੇਗਾ ਤੇ ਇਨਸ਼ਾਅੱਲਾ ਉਹਦੀ ਮੌਤ ਵਾਕਿਆ ਨਹੀਂ ਹੋਏਗੀ। ਔਰ ਸਾਡਾ ਕੰਮ ਮਕਸਦ ਹੀ ਇਹ ਵੇ ਕਿ ਲੋਕਾਂ ਦੀ ਜਾਨ ਬਚਾਈਏ ਔਰ ਸਾਦਾ ਚੀਜ਼ਾਂ ਕਰੀਏ ਤਾਂ ਕਿ ਲੋਕਾਂ ਨੂੰ ਉਹ ਜਾਨ ਬਚਾਉਣ 'ਚ ਜ਼ਿਆਦਾ ਤੋਂ ਜ਼ਿਆਦਾ ਬਿਹਤਰ ਤੌਰ 'ਤੇ ਅਸੀਂ ਆਪਣਾ ਕੰਮ ਕਰ ਸਕੀਏ। ਵੈਲਕਮ ਬੈਕ ਜੀ, ਤੁਸੀਂ ਸੁਣਦੇ ਪਏ ਜੀ FM 95 ਪੰਜਾਬ ਰੰਗ, ਤੇ ਅਸੀਂ ਅੱਜ ਮਨਾ ਰਹੇ ਹਾਂ ਇਬਤਦਾਈ ਤਿੱਬੀ ਇਮਦਾਦ ਦਾ ਆਲਮੀ ਦਿਹਾੜ। ਤੇ ਇਮਰਾਨ ਸਾਹਿਬ, ਅਸੀਂ ਤੁਹਾਡੇ ਕੋਲ ਆਖਰੀ ਸਵਾਲ ਇਹ ਕਰਨਾ ਚਾਹੁੰਦੇ ਹਾਂ ਕਿ ਇਸ ਸਾਲ 2020 ਵਿੱਚ ਤੁਹਾਡਾ ਕੀ ਥੀਮ ਹੈ? ਥੀਮ ਸਾਡਾ ਹੈ ਅਡੈਪਟਿੰਗ ਫਸਟ ਏਡ ਪ੍ਰੈਕਟਿਸਿਸ ਟੂ ਦੀ ਪੈਂਡੈਮਿਕ, ਯਾਨੀ ਕੋਵਿਡ-19 ਨੇ ਜਿਹੜੀ ਸਾਡੀ ਰੈਗੂਲਰ ਪ੍ਰੈਕਟਿਸਿਸ ਸੀ ਲੋਕਾਂ ਨੂੰ ਸਿਖਾਉਣ ਦੀ, ਉਹਨੂੰ ਕਿਸ ਤਰ੍ਹਾਂ ਬਿਹਤਰ ਤੌਰ 'ਤੇ ਸਿਖਾਈਏ ਕਿ ਕੋਈ ਬੰਦਾ ਸਾਡੇ ਕੋਲੋਂ ਜਾਂ ਅਸੀਂ ਕਿਸੇ ਕੋਲੋਂ ਇਹ ਵਾਇਰਸ ਕੰਟਰੈਕਟ ਨਾ ਕਰੀਏ, ਯਾਨੀ ਸਾਡੇ ਵਜੂਦ 'ਚੋਂ ਨਾ ਆਏ। ਦੂਜਾ ਕਿ ਲੋਕ ਕਿਸੇ ਦੀ ਮਦਦ ਕਰਨ ਤੇ ਉਹਨਾਂ ਨੂੰ ਬੁਨਿਆਦੀ ਚੀਜ਼ਾਂ ਦੱਸੀਆਂ ਨੇ ਕਿ ਉਹ ਲੋਕਾਂ ਨੂੰ ਮਦਦ ਕਰਦੇ ਹੋਏ ਆਪਣੇ ਆਪ ਨੂੰ ਬਿਮਾਰ ਨਾ ਕਰ ਲੈਣ। ਬਿਲਕੁਲ, ਕਿਉਂਕਿ ਸਾਡਾ ਪਹਿਲਾ ਮਕਸਦ, ਸਾਡਾ ਪਹਿਲਾ ਜਾਨ ਬਚਾਉਣਾ ਜਿਹੜਾ ਹੈ, ਉਹ ਜਿਹੜਾ ਮਦਦ ਕਰ ਰਿਹਾ ਉਹਦੀ ਜਾਨ ਬਚਣੀ ਚਾਹੀਦੀ ਹੈ, ਉਹਦੇ ਵਾਸਤੇ ਬਿਹਤਰੀ ਹੋਣੀ ਚਾਹੀਦੀ, ਉਹਨੂੰ ਆਗਾਹੀ ਜ਼ਿਆਦਾ ਹੋਣੀ ਚਾਹੀਦੀ ਹੈ, ਤਾਂ ਫਿਰ ਉਹ ਜ਼ਿਆਦਾ ਬਿਹਤਰ ਤੌਰ 'ਤੇ ਆਪਣਾ ਕੰਮ ਕਰ ਸਕਦਾ ਹੈ, ਕਿਸੇ ਦੀ ਜਾਨ ਬਚਾ ਸਕਦਾ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸ ਰਿਹਾ ਸੀ ਕਿ ਅਗਰ ਕੋਈ ਇਨਸਾਨ, ਮੈਡਮ ਦੱਸ ਰਹੇ ਸਨ ਕਿ ਕੋਈ ਬੇਹੋਸ਼ ਹੁੰਦਾ ਹੈ ਤੇ ਅਸੀਂ ਲੁੱਕ, ਲਿਸਨ ਐਂਡ ਫੀਲ ਦੇ ਮੈਥਡ ਦੇ ਜ਼ਰੀਏ ਉਹਦੀ ਸਾਹ ਚੈੱਕ ਕਰਨੇ ਕਿ ਉਹ ਬੁਨਿਆਦੀ ਆ ਰਹੀ ਹੈ ਕਿ ਨਹੀਂ ਆ ਰਹੀ। ਬੁਨਿਆਦੀ ਤੋਂ ਮੁਰਾਦ ਹੈ ਇੱਕ ਜਵਾਨ ਆਦਮੀ ਹੈ, ਉਹ ਬੇਹੋਸ਼ ਹੋ ਗਿਆ ਹੈ, ਉਹਦੀ ਸਾਹ 12 ਤੋਂ ਲੈ ਕੇ 20 ਦੇ ਦਰਮਿਆਨ ਹੈ, ਘੱਟ ਹੈ ਤੇ ਐਮਰਜੈਂਸੀ ਹੈ, ਅਗਰ 30 ਤੋਂ ਜ਼ਿਆਦਾ ਹੈ ਤਾਂ ਐਮਰਜੈਂਸੀ ਹੈ। ਜਿਹੜਾ ਸਿੱਖਿਆ ਤਰਬੀਅਤ ਯਾਫਤਾ ਬੰਦਾ ਹੈ ਉਹ ਫਿਰ ਜਾਣਦਾ ਹੈ ਕਿ ਐਮਰਜੈਂਸੀ 'ਚ ਇਹਨੂੰ ਕਿੰਨੀ ਜਲਦੀ ਤੁਸੀਂ ਤਿੱਬੀ ਮਦਦ ਵਾਸਤੇ ਜਿਹੜਾ ਨਾ ਹਸਪੀਟਲ ਲੈ ਕੇ ਜਾਣਾ ਹੈ। ਜਿਹੜਾ ਵੀ ਕਰੀਬ ਤਰੀਨ ਹਸਪੀਟਲ ਹੋਵੇ ਤੁਸੀਂ ਆਪਣੀ ਅਮਲੀ ਮਦਦ ਕਰੋ ਔਰ ਉਹਨੂੰ ਹਸਪੀਟਲ ਜਿਹੜਾ ਨਾ ਰੈਫਰ ਕਰ ਦਿਓ। ਜੀ ਮੈਡਮ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਐਂਡ ਤੇ? ਮੈਂ ਤੇ ਮੈਸੇਜ ਇਹ ਦਿਆਂਗੀ ਕਿ ਕੋਸ਼ਿਸ਼ ਇਹ ਕਰੋ ਕਿ ਜਿੰਨੀ ਮਤਲਬ ਹੈ ਕਿ ਤੁਸੀਂ ਅਗਰ ਕਿਸੇ ਦੀ ਮਦਦ ਨਹੀਂ ਕਰ ਸਕਦੇ ਤੇ ਕਮ ਅਜ਼ ਕਮ ਕਾਲ ਫਾਰ ਹੈਲਪ ਕਰ ਲਓ। ਇਹ ਹੀ ਤੁਹਾਨੂੰ ਆ ਜਾਣੀ ਚਾਹੀਦੀ ਹੈ ਕਿ ਤੁਸੀਂ ਕਿਸੇ ਨੂੰ ਮਦਦ ਵਾਸਤੇ ਬੁਲਾ ਲਓ। ਤੇ ਜਿਹੜਾ ਇਹ ਬੜਾ ਅੱਛਾ ਤਰੀਕਾ ਹੈ ਕਿ ਤੁਸੀਂ ਅਗਰ ਅਮੂਮਨ ਘਰਾਂ 'ਚ ਔਰਤਾਂ ਪੈਨਿਕ ਹੋ ਜਾਂਦੀਆਂ ਨੇ ਤੇ ਅਗਰ ਕਿਸੇ ਨੂੰ ਹੈਲਪ ਵਾਸਤੇ ਬੁਲਾ ਲੈਣਗੀਆਂ ਤੇ ਮੇਰਾ ਖਿਆਲ ਉਹਨਾਂ ਦੀ ਮਦਦ ਜਲਦੀ ਹੋ ਜਾਏਗੀ ਤੇ ਅਸੀਂ ਜਲਦੀ ਜਿਹੜਾ ਕਿਸੇ ਦੀ ਜਾਨ ਬਚਾਉਣ ਦੇ ਕਾਬਿਲ ਹੋ ਸਕਾਂਗੇ। ਦੂਸਰਾ, ਕਦੀ ਵੀ ਜ਼ਿੰਦਗੀ 'ਚ ਇਨਸਾਨ ਸੋਚਦਾ ਕਿ ਅਸੀਂ ਹਮੇਸ਼ਾ ਇਹ ਹੀ ਸੋਚਦੇ ਹਾਂ ਪੂਰੀ ਜ਼ਿੰਦਗੀ ਕਿ ਉਹਨੇ ਇਹ ਕੀਤਾ, ਉਹਨੇ ਇਹ ਕੀਤਾ। ਸਿਰਫ ਮੇਰਾ ਖਿਆਲ ਮੈਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਕੀ ਕੀਤਾ। ਤੇ ਮੇਰਾ ਇੱਕ ਮੈਸੇਜ ਹੈ ਕਿ ਬਲੱਡ ਦੇ ਹਵਾਲੇ ਨਾਲ ਕਿ ਜ਼ਿੰਦਗੀ 'ਚ ਨਾ
ਮੇਰਾ ਨਹੀਂ ਖਿਆਲ ਕਿ ਖੂਨ ਦੇਣ ਨਾਲ ਸਾਡੀ ਸਿਹਤ ਖਰਾਬ ਹੁੰਦੀ ਹੈ। ਨੈਟ ਤੁਹਾਡੇ ਕੋਲ ਹੈ, ਅੱਜ ਕੱਲ੍ਹ ਤੁਸੀਂ ਸਰਚ ਕਰ ਸਕਦੇ ਹੋ ਕਿ ਇੱਕ ਜਿਹੜਾ ਖੂਨ ਦਾ ਬੈਗ ਹੈ ਉਹ 3 ਜਾਨਾਂ ਬਚਾਉਂਦਾ ਹੈ। ਅੱਜ ਕੱਲ੍ਹ ਰੈੱਡ ਸੈੱਲ ਕਿਸੇ ਨੂੰ ਲੱਗ ਜਾਂਦੇ ਨੇ, ਵਾਈਟ ਸੈੱਲ ਕਿਸੇ ਨੂੰ, ਤੇ ਪਲਾਜ਼ਮਾ ਕਿਸੇ ਹੋਰ ਨੂੰ। ਵੇਖੋ ਹੁਣ ਪਲਾਜ਼ਮਾ ਦੇ ਨਾਲ ਕੋਵਿਡ ਪਲਾਜ਼ਮਾ ਲੋਕਾਂ ਦੀਆਂ ਕਈਆਂ ਦੀਆਂ ਜਾਨਾਂ ਬਚਾਈਆਂ। ਹਾਂ, ਲੇਕਿਨ ਮਨਫੀ ਗੱਲਾਂ ਵੀ ਫੈਲਦੀਆਂ ਨੇ। ਲੇਕਿਨ ਹਲਾਲੇ ਅਮਰ ਇੱਕ ਐਸੀ ਜਗ੍ਹਾ ਹੈ ਜਿਹੜੀ ਲੋਕਾਂ ਵਾਸਤੇ ਅੱਜ ਵੀ, ਮੈਂ 2005 'ਚ ਆਈ ਔਰ ਸਟੇ ਕਿਉਂ ਕਰ ਲਿਆ ਰੈੱਡ ਕ੍ਰਿਸੈਂਟ ਵਿੱਚ ਸਾਰੀ ਜ਼ਿੰਦਗੀ। ਅੱਜ ਵੀ ਇਹ ਕੰਮ ਸਵਾਬ ਦਾ ਸਵਾਬ ਹੈ ਤੇ ਮੇਰਾ ਕੰਮ ਦਾ ਕੰਮ ਹੈ। ਕੰਮ ਦੀ ਤਾਂ ਪੇ ਮਿਲਦੀ ਹੈ, ਲੇਕਿਨ ਸਵਾਬ ਵੀ ਹੈ ਨਾਲ, ਕਿਉਂਕਿ ਜੇ ਸੱਚੇ ਜਜ਼ਬੇ ਨਾਲ ਆਪਣਾ ਸਹੀ ਕੰਮ ਕਰਾਂਗੇ। ਔਰ ਇਹ ਉਹ ਟੀਮ ਜੇ ਮੁਜਾਹਿਦਾਂ ਦੀ ਟੀਮ ਹੈ, ਮੇਰੀ ਜਿਹੜੀ ਟੀਮ ਹੈ ਹਲਾਲੇ ਅਮਰ ਦੀ ਸਾਰੀ, ਯਾਨੀ ਬਹੁਤ ਸਾਰੇ ਡਿਪਾਰਟਮੈਂਟ ਨੇ। ਅੱਜ ਤੇ ਤੁਸੀਂ ਖਾਲੀ ਫਸਟ ਏਡ ਦੀ ਗੱਲ ਕਰ ਰਹੇ ਹੋ, ਬਹੁਤ ਸਾਰੇ ਹੋਰ ਵੀ ਟਾਪਿਕ ਨੇ, ਲੇਕਿਨ ਸਾਰੀ ਮੁਜਾਹਿਦਾਂ ਦੀ ਟੀਮ ਹੈ, ਬੜੀ ਇਮਾਨਦਾਰੀ ਨਾਲ ਸੱਚੇ ਜਜ਼ਬੇ ਨਾਲ ਕੰਮ ਕਰ ਰਹੀ ਹੈ। ਇਹ ਜਿਹੜਾ ਸੱਚਾ ਜਜ਼ਬਾ ਹੈ ਨਾ, ਇਹ ਤੁਹਾਨੂੰ ਅੱਗੇ ਲੈ ਜਾਂਦਾ ਹੈ ਔਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਔਰ ਫਿਰ ਅੱਲਾ ਦੀ ਜ਼ਾਤ ਤੇ ਵੇਖਦੀ ਹੈ, ਤੇ ਮੇਰਾ ਨਹੀਂ ਖਿਆਲ ਕਿ ਅਸੀਂ ਕਿਸੇ ਤੋਂ ਘੱਟ ਹੀ ਗਏ ਹਾਂ। ਇਮਰਾਨ ਸਾਹਿਬ, ਯੂਥ ਹਰ ਸੈਕਟਰ ਵਿੱਚ ਇੱਕ ਐਕਟਿਵ ਰੋਲ ਪਲੇ ਕਰਦੀ ਹੈ, ਤੇ ਯੂਥ ਵਾਸਤੇ ਕੋਈ ਮੈਸੇਜ ਦਿਓ ਕਿ ਉਹ ਫਸਟ ਏਡ, ਵੈਸੇ ਯੂਥ ਹੀ ਜ਼ਿਆਦਾਤਰ ਜਿਹੜਾ ਉਹ ਹੀ ਲਾਗੇ ਹੁੰਦੇ ਆ, ਤੇ ਉਸ ਹਵਾਲੇ ਨਾਲ ਕੋਈ ਪੈਗਾਮ ਦਿਓ ਯੂਥ ਨੂੰ ਸਪੈਸ਼ਲ। ਯੂਥ ਤੋਂ ਇਹੀ ਰਿਕੁਐਸਟ ਹੈ ਕਿ ਉਹ ਸਾਰਿਆਂ ਨਾਲ ਜ਼ਿਆਦਾ ਕੋਸ਼ਿਸ਼ ਕਰੇ ਕਿ ਜਿਹੜੀ ਵੀ ਜ਼ਿਲ੍ਹੀ ਇੰਤਜ਼ਾਮੀਆਂ ਸਾਡੇ ਨਾਲ ਜੁੜੀ ਹੈ, ਉਹ ਟ੍ਰੇਨਿੰਗ ਦਾ ਪ੍ਰੋਗਰਾਮ ਚੱਲ ਰਿਹਾ, ਉਹ ਸਕੂਲ, ਕਾਲਜ ਔਰ ਯੂਨੀਵਰਸਿਟੀ 'ਚ ਉਹ ਇਹਦੇ 'ਚ ਸ਼ਿਰਕਤ ਕਰਨ, ਮੁਨਾਸਬ ਤਰਬੀਅਤ ਹਾਸਲ ਕਰ ਸਕਣ, ਤਾਂ ਕਿ ਉਹ ਇੱਕ ਮੁਫੀਦ ਸ਼ਹਿਰੀ ਬਣਨ ਔਰ ਸ਼ਹਿਰੀ ਬਣ ਕੇ ਲੋਕਾਂ ਦੀ ਮੁਸ਼ਕਿਲ ਵਕਤ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਣ, ਜਾਨ ਬਚਾਉਣ ਵਿੱਚ ਸਾਡਾ ਕਿਰਦਾਰ ਅਦਾ ਕਰਨ, ਸਾਡੇ ਰਜ਼ਾਕਾਰ ਬਣਨ। ਔਰ ਅਗਰ ਉਹ ਜਦੋਂ ਪ੍ਰੋਫੈਸ਼ਨਲ ਬਣ ਜਾਣਗੇ ਤੇ ਉਹ ਸਾਡੇ ਵਾਸਤੇ ਯੂਥ ਜਿਹੜੀ ਹੈ ਉਹ ਸਾਡਾ ਜ਼ਿਆਦਾ ਬਿਹਤਰ ਕੰਮ ਕਰ ਸਕਦੀ ਹੈ। ਤੇ ਮੈਂ ਉਹਨਾਂ ਨੂੰ ਇਹੀ ਕਹਾਂਗਾ ਕਿ ਤੁਸੀਂ ਬਾਕੀ ਸਾਰੀ ਐਕਟੀਵਿਟੀ ਕਰਦੇ ਹੋ, ਇਹ ਮੁਨਾਸਿਬ ਤਰਬੀਅਤ ਵੀ ਲਵੋ। ਰੈੱਡ ਕ੍ਰਿਸੈਂਟ ਹਮੇਸ਼ਾ ਫ੍ਰੀ ਟ੍ਰੇਨਿੰਗ ਦਿੰਦੀ ਹੈ। ਇਹਦੇ ਆਫਿਸ ਆਓ, ਕਿਸੇ ਸਕੂਲ, ਕਾਲਜ, ਯੂਨੀਵਰਸਿਟੀ ਦੇ ਥਰੂ ਤੁਸੀਂ ਸਾਡੇ ਕੋਲੋਂ ਸਾਡੇ ਨਾਲ ਰਾਬਤਾ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਸਾਡੀ ਵੈਬਸਾਈਟ ਮੌਜੂਦ ਹੈ prcs.org.pk, ਉੱਥੇ ਸਾਨੂੰ ਤੁਸੀਂ ਰਿਕੁਐਸਟ ਕਰ ਸਕਦੇ ਹੋ। ਟ੍ਰੇਨਿੰਗ ਮੁਫਤ ਹੈ, ਤੇ ਮੈਂ ਇਹੀ ਕਹਾਂਗਾ ਕਿ ਤੁਸੀਂ ਟ੍ਰੇਨਿੰਗ ਹਾਸਿਲ ਕਰੋ ਔਰ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਣਾ। ਨਾਜ਼ਰੀਨ, ਮੈਂ ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਪਸੰਦ ਆਇਆ ਹੋਵੇਗਾ ਔਰ ਤੁਸੀਂ ਬਹੁਤ ਹੀ ਮੁਫੀਦ ਮਸ਼ਵਰੇ ਸੁਣੇ, ਔਰ ਯਕੀਨਨ ਤੁਸੀਂ ਕਿਸੇ ਹੱਦ ਤੱਕ ਜਿਹੜਾ ਉਹ ਇਹਨਾਂ ਤੇ ਅਮਲ ਵੀ ਜ਼ਰੂਰ ਕਰੋਗੇ। ਤੇ ਮੇਰਾ ਵੀ ਇਹੋ ਹੀ ਮੈਸੇਜ ਹੈ ਕਿ ਦੁਨੀਆ ਵਿੱਚ ਜਦੋਂ ਤੁਸੀਂ ਆਉਂਦੇ ਹੋ, ਅੱਲਾਹ ਪਾਕ ਤੁਹਾਡੇ ਤੇ ਕੋਈ ਨਾ ਕੋਈ ਜ਼ਿੰਮੇਦਾਰੀ ਲਾਉਂਦਾ ਹੈ, ਤੇ ਕਮ ਅਜ਼ ਕਮ ਇਹ ਜਿਹੜੀ ਹਲਕੀ ਫੁਲਕੀ ਜ਼ਿੰਮੇਦਾਰੀ ਹੈ, ਜਿਹੜੀ ਅਸੀਂ ਲੋਕਾਂ ਦੀ ਫਸਟ ਏਡ ਜਾਨ ਬਚਾ ਸਕਦੇ ਹਾਂ, ਇਹਦੇ ਵਿੱਚ ਸਾਨੂੰ ਐਕਟਿਵ ਰੋਲ ਪਲੇ ਕਰਨਾ ਚਾਹੀਦਾ। ਔਰ ਡੋਨੇਸ਼ਨ ਵੀ ਦੇਣੀ ਚਾਹੀਦੀ ਹੈ, ਬਲੱਡ ਡੋਨੇਸ਼ਨ ਵੀ ਦੇਣੀ ਚਾਹੀਦੀ ਹੈ। ਖਾਸ ਤੌਰ 'ਤੇ ਜਿਹੜੀ ਸਾਡੀ ਯੂਥ ਹੈ, ਇਹਨੂੰ ਡੋਨੇਸ਼ਨ ਦੇਣੀ ਚਾਹੀਦੀ ਹੈ, ਕਿਉਂਕਿ ਇੱਕ ਨੈਚੁਰਲ ਪ੍ਰੋਸੈਸ ਹੈ। ਵੋਮੈਨ ਨੂੰ ਡਿਲੀਵਰੀ ਦੇ ਟਾਈਮ 'ਤੇ ਜ਼ਰੂਰਤ ਹੁੰਦੀ ਹੈ, ਅਤੇ ਸਾਨੂੰ ਬਗੈਰ ਫੋਬੀਆ ਤੋਂ ਲੋਕਾਂ ਨੂੰ ਜਿਹੜਾ ਹੈ ਉਹ ਬਲੱਡ ਡੋਨੇਟ ਕਰਨਾ ਚਾਹੀਦਾ। ਅਤੇ ਇਹੋ ਹੀ ਕਹਾਂਗਾ ਕਿ ਤੂੰ ਮਿਹਨਤ ਕਰ ਤੇ ਮਿਹਨਤ ਦਾ ਸਿਲਾ ਜਾਣੇ ਖੁਦਾ ਜਾਣੇ, ਤੂੰ ਡੀਵਾ ਬਾਲ ਕੇ ਰਖ ਚਾ, ਹਵਾ ਜਾਣੇ ਖੁਦਾ ਜਾਣੇ, ਖਜ਼ਾਂ ਦਾ ਖੌਫ ਤਾਂ ਮਾਲਿਕੂ ਬੁਜ਼ਦਿਲ ਕਰ ਨਹੀਂ ਸਕਦਾ, ਚਮਨ ਆਬਾਦ ਰੱਖ ਬਾਦੇ ਸਬਾ ਜਾਣੇ ਖੁਦਾ ਜਾਣੇ, ਜੇ ਮਰ ਕੇ ਜ਼ਿੰਦਗੀ ਚਾਹੁੰਦਾ ਏ ਫਕੀਰੀ ਟੋਟਕਾ ਸੁਣ ਗਿਨ, ਵਫਾ ਦੇ ਵਿੱਚ ਫਨਾ ਥੀ ਵੰਜ, ਬਕਾ ਜਾਣੇ ਖੁਦਾ ਜਾਣੇ, ਮਰੀਜ਼ੇ ਇਸ਼ਕ ਖੁਦ ਕੋ ਕਰ, ਦਵਾ ਦਿਲ ਦੀ ਸਮਝ ਦਿਲ ਭਰ, ਮਰਜ਼ ਜਾਣੇ ਦਵਾ ਜਾਣੇ ਸ਼ਫਾ ਜਾਣੇ ਖੁਦਾ ਜਾਣੇ, ਇਹ ਪੂਰੀ ਥੀਵੇ ਨਾ ਥੀਵੇ ਮਗਰ बेकार नहीं वेंदी, दुआ शक्र तू मंगी रख, दुआ जाने खुदा जाने। फी माने ला।